ਵਿਰਸਾ ਸਿੱਖ ਵਿਰਸਾ ਜਾਨ ਹੈ ਸਾਡੀ, ਇਸ ਨੂੰ ਸਾਰੇ ਪਿਆਰ ਕਰੋ। ਗੁਰੂਆਂ ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहु ना जाने मेरा। आदि गुरु है ना मैं, जुगाद गुरु है ना मैं, ओ सतगुरु है ना मैं, श्री गुरुदेव FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 15 ਮੱਘਰ ਸੰਮਤ 552 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 29 ਨਵੰਬਰ 2020 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਨ ਕਰੋਗੇ। ਪ੍ਰੋਗਰਾਮ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅਵਤਾਰ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ।
ते बाबा पैर तरे पूजा आसन थापण सोवा पूजा आसन थापण सोवा पूजा आसन थापण सोवा पूजा आसन थापण सोवा मिट्टी धुंध जग चानण होवा 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 सतगुरु नानक प्रगटिया सतगुरु नानक प्रगटिया मिट्टी धुंध जग चानण होवा 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 सिद्धियासन सब जगत दे सिद्धियासन सब जगत दे नानक आत्म मते जे कोवा नानक आत्म मते जे कोवा नानक आत्म मते जे कोवा नानक आत्म जे खोवा मिट्टी धुंध जग चानण होवा 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 सतगुरु नानक प्रगटिया सतगुरु नानक प्रगटिया मिट्टी धुंध जग चानण होवा 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 कर कर अंदर धर्मशाल कर कर अंदर धर्मशाल कर कर अंदर धर्मशाल होवे कीर्तन सदा विसोवा होवे कीर्तन सदा विसोवा होवे कीर्तन सदा विसोवा होवे कीर्तन सदा विसोवा मिट्टी धुंध जग चानण होवा 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 सतगुरु नानक प्रगटिया सतगुरु नानक प्रगटिया मिट्टी धुंध जग चानण होवा मिट्टी धुंध जग चानण होवा मिट्टी धुंध जग चानण होवा मिट्टी धुंध जग चानण होवा
ਬਾਬੇ ਤਾਰੇ ਚਾਰ ਚੱਕ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਟੋਆ ਨੌਖੰਡ ਪ੍ਰਿਥਵੀ ਸੱਚਾ ਟੋਆ ਗੁਰਮੁਖ ਫਲ ਵਿੱਚ ਪ੍ਰਗਟ ਹੋਆ ਗੁਰਮੁਖ ਫਲ ਵਿੱਚ ਪ੍ਰਗਟ ਹੋਆ ਮਿੱਟੀ ਧੁੰਦ ਜਗ ਚਾਨਣ 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 ਹੋਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਧੁੰਦ ਜਗ ਚਾਨਣ ਹੋਆ ਮਿੱਟੀ 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 ਧੁੰਦ ਜਗ ਚਾਨਣ ਹੋਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕਰਦੇ ਹਾਂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਾਹਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰੈ ਸੰਤ ਉਦਾਹਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰੈ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਇੰਦ ਨਿਰਭਉ ਭਏ ਮਨ ਟੂਟ ਨਾ ਆਵੈ ਮੂਲ ਸੰਚਿਆ ਨਾਮ ਧਨ
ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸੰਤ ਉਦਾਹਰਣ ਦਇਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰੈ ਰਾਗ ਜੈਤਸਰੀ ਕੀ ਵਾਰ ਕੀ ਪੌੜੀ 17ਵੀਂ ਸ਼ਲੋਕਾਂ ਨਾਲ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ ਤੇ ਆਓ ਚੱਲਦੇ ਹਾਂ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ, ਜਿਹੜੀ ਕਿ ਅਸੀਂ ਧੰਨਵਾਦ ਸਹਿਤ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸ਼ਲੋਕ ਜੋ ਸੰਤ ਜਨ ਗੋਪਾਲ ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਨੇ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ ਮਾਇਆ ਦੀ ਤਪਸ਼ ਤੋਂ ਬਚਾ ਲੈਂਦਾ ਹੈ। ਉਹਨਾਂ ਸੰਤਾਂ ਦੀ ਸੰਗਤ ਕੀਤਿਆਂ ਪਵਿੱਤਰ ਹੋ ਜਾਈਦਾ ਹੈ। ਹੇ ਨਾਨਕ, ਤੂੰ ਵੀ ਅਜਿਹੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਦਾ ਪੱਲਾ ਫੜ, ਭਾਵੇਂ ਚੰਦਨ ਦਾ ਲੇਪ ਕੀਤਾ ਹੋਵੇ, ਚਾਹੇ ਚੰਦਰਮਾ ਦੀ ਚਾਨਣੀ ਹੋਵੇ ਤੇ ਭਾਵੇਂ ਠੰਡੀ ਰੁੱਤ ਹੋਵੇ, ਇਹਨਾਂ ਰਾਹੀਂ ਮਨ ਦੀ ਤਪਸ਼ ਉੱਕਾ ਹੀ ਨਹੀਂ ਮਿਟ ਸਕਦੀ। ਹੇ ਨਾਨਕ, ਪ੍ਰਭੂ ਦਾ ਨਾਮ ਸਿਮਰਿਆ ਹੀ ਮਨੁੱਖ ਦਾ ਮਨ ਸ਼ਾਂਤ ਹੁੰਦਾ ਹੈ। ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ ਦੁਨੀਆ ਦੀ ਤਪਸ਼ ਤੋਂ ਬਚ ਜਾਂਦੇ ਨੇ। ਗੋਬਿੰਦ ਦੀ ਵਡਿਆਈ ਸੁਣ ਕੇ ਬੰਦਗੀ ਵਾਲਿਆਂ ਦੇ ਮਨ ਨਿਡਰ ਹੋ ਜਾਂਦੇ ਨੇ। ਉਹ ਪ੍ਰਭੂ ਦਾ ਨਾਮ ਧਨ ਇਕੱਠਾ ਕਰਦੇ ਨੇ ਤੇ ਉਸ ਧਨ ਦਾ ਕਦੇ ਵੀ ਘਾਟਾ ਨਹੀਂ ਪੈਂਦਾ। ਅਜਿਹੇ ਗੁਰਮੁਖਾਂ ਦੀ ਸੰਗਤ ਬੜੇ ਭਾਗਾਂ ਦੇ ਨਾਲ ਮਿਲਦੀ ਹੈ। ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਨੇ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਨੇ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਜਿਸ ਨੂੰ ਗਾਇਨ ਕੀਤਾ ਹੈ ਭਾਈ ਸੁਰਿੰਦਰ ਸਿੰਘ ਜੀ ਮਠਾਰੂ ਨੇ, ਤੇ ਉਸ ਤੋਂ ਬਾਅਦ ਅਸੀਂ ਆਪ ਜੀ ਦੇ ਨਾਲ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਸਾਂਝੀ ਕਰਾਂਗੇ। ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ। ਸੁਨੀ ਪੁਕਾਰ ਦਾਤਾਰ ਪ੍ਰਭ, ਸੁਨੀ
ਪਿਲਾਇਆ। ਚਰਨਾਮ੍ਰਿਤ ਸਿਖਾਂ ਪਿਲਾਇਆ। ਪਰ ਬ੍ਰਹਮ ਪੂਰਨ ਬ੍ਰਹਮ। ਪਰ ਬ੍ਰਹਮ ਪੂਰਨ ਬ੍ਰਹਮ। ਕਲ ਯੁਗ ਅੰਦਰ ਏਕ ਦਿਖਾਇਆ। ਕਲ ਤਾਰਨ ਗੁਰੂ ਨਾਨਕ ਆਇਆ। ਕਲ ਤਾਰਨ ਗੁਰੂ ਨਾਨਕ ਆਇਆ। ਕਲ ਤਾਰਨ ਗੁਰੂ ਨਾਨਕ। ਚਾਰੇ ਪੈਰ ਧਰਮ ਦੇ। ਚਾਰੇ ਪੈਰ ਧਰਮ ਦੇ। ਚਾਰੇ ਪੈਰ ਧਰਮ ਦੇ। ਚਾਰ ਵਰਨ ਇੱਕ ਵਰਨ ਕਰਾਇਆ। ਚਾਰ ਵਰਨ ਇੱਕ ਵਰਨ ਕਰਾਇਆ। ਰਾਣਾ ਰਾਗ ਬਰਾਬਰੀ। ਰਾਣਾ ਰਾਗ ਬਰਾਬਰੀ। ਪੈਰੀ ਪਵਣਾ ਜਗ ਵਰਤਾਇਆ। ਕਲ ਤਾਰਨ ਗੁਰੂ ਨਾਨਕ ਆਇਆ। ਕਲ ਤਾਰਨ ਗੁਰੂ ਨਾਨਕ ਆਇਆ। ਕਲ ਤਾਰਨ ਗੁਰੂ ਨਾਨਕ। ਉਲਟਾ ਖੇਲ ਪਿਰਮ ਦਾ। ਉਲਟਾ ਖੇਲ ਪਿਰਮ। ਆ ਉਲਟਾ ਖੇਲ ਪਿਰਮ ਦਾ। ਉਲਟਾ ਖੇਲ ਪਿਰਮ। ਉਲਟਾ ਖੇਲ ਪਿਰਮ ਦਾ। ਪੈਰਾਂ ਉੱਪਰ ਸੀਸ ਨਿਵਾਇਆ। ਪੈਰਾਂ ਉੱਪਰ ਸੀਸ ਨਿਵਾਇਆ। ਕਲ ਯੁਗ ਬਾਬੇ ਤਾਰਿਆ। ਕਲ ਯੁਗ ਬਾਬੇ ਤਾਰਿਆ। ਸਤਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰੂ ਨਾਨਕ ਆਇਆ। 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 ਸੁਨੀ ਪੁਕਾਰ ਦਾਤਾਰ ਪ੍ਰਭ। ਸੁਨੀ ਪੁਕਾਰ ਦਾਤਾਰ ਪ੍ਰਭ। ਗੁਰੂ ਨਾਨਕ ਜਗ ਮਾਹਿ ਪਟਾਇਆ। ਕਲ ਤਾਰਨ ਗੁਰੂ ਨਾਨਕ ਆਇਆ। ਕਲ ਤਾਰਨ ਗੁਰੂ ਨਾਨਕ ਆਇਆ। ਕਲ ਤਾਰਨ ਗੁਰੂ। ਕਲ ਤਾਰਨ ਗੁਰੂ। ਕਲ ਤਾਰਨ ਗੁਰੂ ਨਾਨਕ ਹਾਂਜੀ, ਇਹ ਸਨ ਭਾਈ ਸੁਰਿੰਦਰ ਸਿੰਘ ਜੀ ਮਠਾਰੂ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸ਼ਲੋਕ: The merciful Lord is the Savior of the saints.
Their only sport is to sing the kirtan of the Lord's praises. One becomes immaculate and pure by associating with the saints. O Nanak, and taking the protection of the transcendent Lord. The burning of the heart is not dispelled at all by sandalwood paste, the moon, or the cold season. It only becomes cool, O Nanak, by chanting the name of the Lord Paudi. Through the protection and support of the Lord's lotus feet, all beings are saved. Hearing the glory of the Lords of the universe, the mind becomes fearless. Nothing at all is lacking when one gathers the wealth of the Nam. The society of the saints is obtained by very good deeds. 24 hours a day, meditate on the Lord and listen continually to the Lord's praises. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ ਤੇ ਆਓ ਚੱਲਦੇ ਹਾਂ ਅਗਲਾ ਸ਼ਬਦ ਸਰਵਨ ਕਰਦੇ ਹਾਂ। ਵੱਡੇ ਮੇਰੇ ਸਾਹਿਬਾ, ਵੱਡੇ ਮੇਰੇ ਸਾਹਿਬਾ, ਗੈਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ। ਵੱਡੇ ਮੇਰੇ ਸਾਹਿਬਾ, ਸੁਣ ਵਰਡਾ ਆਖੇ ਸਭ ਕੋਏ, ਸੁਣ ਵਰਡਾ ਆਖੇ ਸਭ ਕੋਏ, ਕੇਵਡ ਵਰਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ, ਕਹਿਣੇ ਵਾਲੇ ਤੇਰੇ ਰਹਿ ਸਮਾਏ। ਵੱਡੇ ਮੇਰੇ ਸਾਹਿਬਾ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਭਾਈ, ਗਿਆਨੀ ਧਿਆਨੀ ਗੁਰ ਗੁਰ ਭਾਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ। ਵੱਡੇ ਮੇਰੇ ਸਾਹਿਬਾ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਦੀਆਂ ਵਡਿਆਈਆਂ, ਤੁਧ ਬਿਨ ਸੀਧੀ ਕੀਨੇ ਨਾ ਪਾਈਆਂ, ਤੁਧ ਬਿਨ ਸੀਧੀ ਕੀਨੇ ਨਾ ਪਾਈਆਂ, ਕਰਮ ਮਿਲੇ
ठाकर खाया कर्म मिले नहीं ठाकर खाया वडी मेरे साहेबा आखण वाला क्या बेचारा आखण वाला क्या बेचारा सिफती भरे तेरे भंडारा जिस तू दे तिसे क्या चारा जिस तू दे तिसे क्या चारा नानक साच सवारन हारा वडे मेरे साहेबा वडे मेरे साहेबा गैर गंभीरा गुणी गहीरा कोई न जाने तेरा के ताके वड चीरा वडे मेरे साहेबा ਵੱਡੇ ਮੇਰੇ ਸਾਹਿਬਾ। ਹੁਣੇ ਅਸੀਂ ਇਹ ਸ਼ਬਦ ਸਰਵਣ ਕੀਤਾ ਜਿਸ ਨੂੰ ਗਾਇਨ ਕੀਤਾ ਸੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਨੇ। ਸਾਡੇ ਵੱਲੋਂ ਸਭ ਨੂੰ ਇੱਕ ਵਾਰ ਫੇਰ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਲੱਖ ਲੱਖ ਵਧਾਈ ਹੋਵੇ, ਜਿਹੜਾ ਕਿ ਕੱਲ ਨੂੰ ਮਨਾਇਆ ਜਾ ਰਿਹਾ ਹੈ। ਤੇ ਆਓ ਇੱਕ ਹੋਰ ਸ਼ਬਦ ਅਸੀਂ ਸਰਵਣ ਕਰਦੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਅੱਜ ਜਿਤਨੇ ਵੀ ਸ਼ਬਦ ਕੋਸ਼ਿਸ਼ ਹੈ ਸਾਡੀ ਕਿ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਆਪ ਨੂੰ ਸੁਣਵਾਈਏ।
जग वरताया उल्टा खेल पीरम दा उल्टा खेल पीरम दा पैरायू पर शीस निवाया पैरायू पर शीस निवाया नानक आया नानक आया नानक आया नानक आया कल तारन गुर नानक आया कल तारन गुर नानक आया नानक आया नानक आया कल जुग बाबे तारिया कल जुग बाबे तारिया सतनाम पढ़े मंत्र सुनाया सतनाम पढ़े मंत्र सुनाया नानक आया नानक आया नानक आया नानक आया कल तारन गुर नानक आया कल तारन गुर नानक आया नानक आया नानक आया 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ ਅਗਰ ਆਪ ਜੀ ਨੇ ਪ੍ਰੋਗਰਾਮ ਹੁਣੇ ਸੁਣਨਾ ਸ਼ੁਰੂ ਕੀਤਾ ਹੈ ਤੇ ਆਪ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਸਭ ਸਰੋਤਾ ਜਿਨ੍ਹਾਂ ਨੂੰ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ। ਅੱਜ ਦਾ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਗੁਰਪੁਰਬ ਨਾਲ ਸੰਬੰਧਿਤ ਲੇਖਾਂ ਨੂੰ ਲੈ ਕੇ ਅਸੀਂ ਆਏ ਹਾਂ ਤੇ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਪਰ ਪ੍ਰੋਗਰਾਮ ਦੇ ਦੂਸਰੇ ਪਾਰ ਤੇ ਉਸ ਤੋਂ ਪਹਿਲਾਂ ਇਹ ਵਧਾਈਆਂ ਦਾ ਜਿਹੜਾ ਹੈ ਗੀਤ ਤੇ ਹੋਰ ਸੁਨੇਹੇ ਜਿਹੜੇ ਨੇ ਉਹ ਸਰਵਣ ਕਰਦੇ ਹਾਂ ਤੇ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਫਿਰ ਅਸੀਂ ਆਪ ਜੀ ਦੇ ਨਾਲ ਸਾਂਝ ਪਾਉਂਦੇ ਹਾਂ। ਮਿੱਟੀ ਧੁੰਦ ਜਗ ਜਾਣ
ਸੋਹਣੇ ਪਰਵਿਰਦਗਾਰ ਦੀਆਂ ਅੱਜ ਪ੍ਰੇਮੀ ਸਭ ਨੂੰ ਦੇਣ ਵਧਾਈਆਂ। ਗੁਰੂ ਨਾਨਕ ਦੇ ਅਵਤਾਰ ਦੀਆਂ ਸੋਹਣੇ ਪਰਵਤਗਾਰ ਦੀਆਂ ਅੱਜ ਪ੍ਰੇਮੀ ਸਭ ਨੂੰ ਦੇਣ ਵਧਾਈਆਂ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਾਬਾ ਸਭ ਦਾ ਸਾਂਝਾ ਬਣ ਦੁਨੀਆ ਨੂੰ ਤਾਰਨ ਆਇਆ। ਦੁਨੀਆ ਨੂੰ ਤਾਰਨ ਆਇਆ। ਭੁੱਲੇ ਪਟ ਕੇ ਬੰਦਿਆਂ ਨੂੰ ਆਸ ਦੇ ਰਸਤੇ ਪਾਇਆ। ਸਿੱਧੇ ਰਸਤੇ ਪਾਇਆ। ਸਾੜੀ ਸਤੀ ਜਿਹੀਆਂ ਰਸਮਾਂ ਬਾਬੇ ਪਹਿਲਾਂ ਬੰਦ ਕਰਵਾਈਆਂ। ਗੁਰੂ ਨਾਨਕ ਦੇ ਅਵਤਾਰ ਦੀਆਂ ਸੋਹਣੇ ਪਰਵਿਰਦਗਾਰ ਦੀਆਂ ਜੀ ਪ੍ਰੇਮੀ ਸਭ ਨੂੰ ਦੇਣ ਵਧਾਈਆਂ। ਗੁਰੂ ਨਾਨਕ ਦੇ ਅਵਤਾਰ ਦੀਆਂ ਸੋਹਣੇ ਪਰਵਤਗਾਰ ਦੀਆਂ ਅੱਜ ਪ੍ਰੇਮੀ ਸਭ ਨੂੰ ਦੇਣ ਵਧਾਈਆਂ। ਦਸਾਂ ਨੋਹਾਂ ਦੀ ਕਿਰਤ ਕਮਾਈ ਚਾਰੀਆਂ ਮੱਟੀਆਂ ਗਾਵਾਂ। ਚਾਰੀਆਂ ਵੱਜੀਆਂ ਗਾਵਾਂ। ਅੱਜ ਵੀ ਕਾਲੇ ਨਾਗ ਅੜੀਕਣ ਕਿਹਨੂੰ ਕਰੀਏ ਸ਼ਾਮਾਂ। ਕਿਹਨੂੰ ਕਰੀਏ ਸ਼ਾਮਾਂ। ਬਾਲੇ ਤੇ ਮਰਦਾਨੇ ਦੀਆਂ ਵੀ ਸੁੱਤੀਆਂ ਕੁਲਾਂ ਜਗਾਈਆਂ। ਗੁਰੂ ਨਾਨਕ ਦੇ ਅਵਤਾਰ ਦੀਆਂ ਸੋਹਣੇ ਪਰਵਿਰਦਗਾਰ ਦੀਆਂ ਜੀ ਪ੍ਰੇਮੀ ਸਭ ਨੂੰ ਦੇਣ ਵਧਾਈਆਂ। ਗੁਰੂ ਨਾਨਕ ਦੇ ਅਵਤਾਰ ਦੀਆਂ ਸੋਹਣੇ ਪਰਵਤਗਾਰ ਦੀਆਂ ਅੱਜ ਪ੍ਰੇਮੀ ਸਭ ਨੂੰ ਦੇਣ ਵਧਾਈਆਂ। ਆਓ ਸਾਰੇ ਰਲ ਮਿਲ ਕੇ ਅੱਜ ਗੁਰੂ ਦਾ ਪੁਰਬ ਮਨਾਈਏ। ਅੱਜ ਗੁਰੂ ਦਾ ਪੁਰਬ ਮਨਾਈਏ। ਗੁਰੂ ਨਾਨਕ ਦੀ ਪੜ੍ਹ ਕੇ ਬਾਣੀ ਜੀਵਨ ਸਫਲ ਬਣਾਈਏ। ਜੀਵਨ ਸਫਲ ਬਣਾਈਏ। ਨਾਮ ਉਹਨਾਂ ਦਾ ਰਹਿਣਾ ਏ ਜਿਨ੍ਹਾਂ ਕੀਰਤੀਆਂ ਨਾਮ ਕਮਾਈਆਂ। ਗੁਰੂ ਨਾਨਕ ਦੇ ਅਵਤਾਰ ਦੀਆਂ ਸੋਹਣੇ ਪਰਵਿਰਦਗਾਰ ਦੀਆਂ ਜੀ ਪ੍ਰੇਮੀ ਸਭ ਨੂੰ ਦੇਣ ਵਧਾਈਆਂ। ਗੁਰੂ ਨਾਨਕ ਦੇ ਅਵਤਾਰ ਦੀਆਂ ਸੋਹਣੇ ਪਰਵਤਗਾਰ ਦੀਆਂ ਅੱਜ ਪ੍ਰੇਮੀ ਸਭ ਨੂੰ ਦੇਣ ਵਧਾਈਆਂ। This is an important update about coronavirus. To help save lives, new national restrictions are now in place until the 2nd of December. You must stay at home. Only leave home for food, medical reasons, exercise, education, or work. You must work from home if you can and avoid travel unless essential. Go to gov.uk/coronavirus for latest guidance and exemptions. Stay alert, control the virus, save lives. Businesses, time is running out. Starting on the 1st of Jan, anyone who deals with Europe will have to follow new rules on exports, imports, tariffs, data, and hiring. I know we've all got our hands full right now, but basically, if any part of your business crosses borders, you need to do something about it now. This is happening, so make sure you have everything covered. We haven't got long. Start now at gov.uk/transition. Check, change, go. ਲੈ ਲੋ ਗੁਲਾਂ ਦਾ ਨਾਮ ਹੋਣਾ ਨਾਮ
ਸਿੰਘਾਂ ਦੇ ਦਸਤਾਰਾਂ ਮਹਿਕ ਪਿਆ ਸਾਡਾ ਨਗਰ ਖੇੜਾ ਆ ਗਈਆਂ ਚੱਲ ਬਹਾਰਾਂ ਜੀ ਸਜਦੇ ਕਿਵੇਂ ਦੁਪੱਟੇ ਕੇਸਰੀ ਮਹਿਕ ਪਿਆ ਸਾਡਾ ਨਗਰ ਖੇੜਾ ਰਲ ਮਿਲ ਆਪਾਂ ਰਾਹਾਂ ਦੇ ਵਿੱਚ ਫੁੱਲ ਕਲੀਆਂ ਬਰਸਾਈਏ ਗੁਰਪੁਰਬ ਗੁਰਾਂ ਦਾ ਆ ਗਿਆ ਜੀ ਗੁਰਪੁਰਬ ਗੁਰਾਂ ਦਾ ਆ ਗਿਆ ਗੁਰਪੁਰਬ ਗੁਰਾਂ ਦਾ ਆ ਗਿਆ ਪੜ੍ਹਦੇ ਸਾਰੇ ਸ਼ਬਦ ਗੁਰਾਂ ਦੇ ਨਾਲੇ ਲਾਉਣ ਜੈਕਾਰੇ ਪਿੱਛੇ ਪਿੱਛੇ ਸੰਗਤ ਜਾਂਦੀ ਅੱਗੇ ਪੰਜ ਪਿਆਰੇ ਜੀ ਪੜ੍ਹਦੇ ਸਾਰੇ ਸ਼ਬਦ ਗੁਰਾਂ ਦੇ ਪਿੱਛੇ ਪਿੱਛੇ ਸੰਗਤ ਜਾਂਦੀ ਜੀ ਕਰਦਾ ਇਸ ਚਰਨ ਧੂੜ ਨੂੰ ਮੱਥੇ ਦੇ ਨਾਲ ਲਾਈਏ ਗੁਰਪੁਰਬ ਗੁਰਾਂ ਦਾ ਆ ਗਿਆ ਜੀ ਗੁਰਪੁਰਬ ਗੁਰਾਂ ਦਾ ਆ ਗਿਆ ਗੁਰਪੁਰਬ ਗੁਰਾਂ ਦਾ ਆ ਗਿਆ ਗੁਰੂ ਦੇ ਸੇਵਕ ਥਾਂ ਥਾਂ ਤੇ ਨੇ ਜਲ ਪਾਣੀ ਵਰਤਾਉਂਦੇ ਹੱਥ ਜੋੜ ਕੇ ਰੋਕ ਰੋਕ ਕੇ ਲੱਡੂ ਕਈ ਛਕਾਉਂਦੇ ਗੁਰੂ ਦੇ ਸੇਵਕ ਥਾਂ ਥਾਂ ਤੇ ਨੇ ਹੱਥ ਜੋੜ ਕੇ ਰੋਕ ਰੋਕ ਕੇ ਲਾਹਾ ਲੈ ਕੇ ਇਸ ਘੜੀ ਦਾ ਜੀਵਨ ਸਫਲ ਬਣਾਈਏ ਗੁਰਪੁਰਬ ਗੁਰਾਂ ਦਾ ਆ ਗਿਆ ਗੁਰਪੁਰਬ ਗੁਰਾਂ ਦਾ ਆ ਗਿਆ ਗੁਰਪੁਰਬ ਗੁਰਾਂ ਦਾ ਆ ਗਿਆ ਹਾਂਜੀ ਇਹ ਸੀ ਆਵਾਜ਼ ਭੁਪਿੰਦਰ ਸਿੰਘ ਜੀ ਤੇ ਨੀਲਮ ਕੌਰ ਦੀ ਤੇ ਉਹਨਾਂ ਦੇ ਸਾਥੀਆਂ ਦੀ ਤੇ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਆਪ ਜੀ ਦਾ ਸਵਾਗਤ ਹੈ ਦਿਲ ਦੀਆਂ ਗਹਿਰਾਈਆਂ ਤੋਂ। ਤੇ ਆਓ ਚੱਲਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਲੇਖ, ਜਿਹੜਾ ਕਿ ਅਸੀਂ ਗੁਰਮਤਿ ਪ੍ਰਕਾਸ਼ ਨਵੰਬਰ 2007 ਦੇ ਅੰਕ ਦੇ ਵਿੱਚੋਂ ਲਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂਰਾਂ ਦਾ ਦਰਿਆ, ਇਹ ਸ਼ੀਰਸ਼ਕ ਦਿੱਤਾ ਹੈ ਇਸ ਲੇਖ ਨੂੰ ਡਾਕਟਰ ਪਰਮਜੀਤ ਸਿੰਘ ਮਾਨਸਾ ਜੀ ਨੇ, ਜਿਨ੍ਹਾਂ ਨੇ ਇਹ ਸ਼ਬਦ ਲਿਖੇ ਨੇ ਤੇ ਅਸੀਂ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਾਂ। ਡਾਕਟਰ ਸਾਹਿਬ ਲਿਖਦੇ ਨੇ ਕਿ ਸਿੱਖ ਰਵਾਇਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਇਸ ਧਰਤੀ ਤੇ 15 ਅਪ੍ਰੈਲ ਸੰਨ 1469 ਈਸਵੀ ਨੂੰ ਹੋਇਆ, ਭਾਵੇਂ ਕਿ ਅਸੀਂ ਇਸ ਨੂੰ ਅੱਜ ਕੱਲ੍ਹ ਇਸ ਸਮੇਂ ਮਨਾਉਂਦੇ ਹਾਂ, ਕਈ ਵਾਰ ਅਕਤੂਬਰ ਦੇ ਵਿੱਚ ਤੇ ਕਈ ਵਾਰੀ ਨਵੰਬਰ ਦੇ ਵਿੱਚ। ਜਿਸ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਦਾ ਨਾਮ ਰਾਏ ਭੋਏ ਦੀ ਤਲਵੰਡੀ ਹੈ। ਤਲਵੰਡੀ ਦਾ ਚੌਧਰੀ ਰਾਏ ਬੁਲਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਨੰਦ ਸੇਵਕ ਹੋਇਆ ਹੈ। ਇਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਧਰਤੀ ਤੇ ਹੋਣ ਤੋਂ ਪਹਿਲਾਂ ਕਹਿੰਦੇ ਨੇ ਕਿ ਰਾਏ ਬੁਲਾਰ ਉਸੇ ਰਾਤ ਨੂੰ ਇੱਕ ਸੁਪਨਾ ਦੇਖਦਾ ਹੈ, ਜਿਸ ਨੂੰ ਨਨਕਾਇਣ ਦਾ ਕਰਤਾ ਬਹੁਤ ਹੀ ਸੁੰਦਰ ਸ਼ਬਦਾਂ ਦੇ ਵਿੱਚ ਅੰਕਿਤ ਕਰਦਾ ਹੈ। ਉੱਚੀ ਮਾੜੀ ਆਪਣੀ ਸੁੱਤਾ ਰਾਏ ਬੁਲਾਰ, ਅੱਲਾ ਅਕਬਰ ਆਖ ਕੇ ਬਰੜ ਆਇਆ ਤ੍ਰੈ ਵਾਰ।
ਬੇਗਮ ਝੂਠ ਜਗਾਇਆ ਪੁੱਛਿਆ ਨਾਲ ਪਿਆਰ, ਕੀ ਤੱਕਦਾ ਹਾਂ ਖਾਬ ਵਿੱਚ, ਬੋਲਿਆ ਤੇ ਵਿਚਕਾਰ। ਅਸਮਾਨਾਂ ਤੋਂ ਟੁੱਟ ਕੇ ਤਾਰਾ ਇੱਕ ਬਲਕਾਰ, ਤਲਵੰਡੀ ਤੇ ਡਿੱਗਿਆ ਚਮਕ ਅਜਾਇਬ ਮਾਰ। ਵਗ ਪਿਆ ਵਿੱਚ ਬਾਰ ਦੇ ਨੂਰਾਂ ਦਾ ਦਰਿਆ, ਰੁੜਦਾ ਜਾਵਾਂ ਉਸ ਵਿੱਚ ਕੰਢਾ ਹੱਥ ਨਾ ਆਵੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਤਾਂ ਇਹੀ ਪ੍ਰਕਾਸ਼ ਰੂਪੀ ਤਾਰਾ ਪਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੀ ਗੋਦ ਦੇ ਵਿੱਚ ਚਮਕਣ ਲੱਗਾ। ਇਸੇ ਤਾਰੇ ਨੂੰ ਗੁਰਬਾਣੀ ਦੇ ਵਿੱਚ ਚਿਰਾਗ ਕਿਹਾ ਗਿਆ ਹੈ। ਇਹ ਚਿਰਾਗ ਸਦਕੇ ਹੀ ਅੰਧਕਾਰ ਦੇ ਵਿੱਚ ਪ੍ਰਕਾਸ਼ ਹੋਇਆ। ਕਲਯੁਗ ਦੇ ਵਿੱਚ ਨਾਮ ਧਰਮ ਦੀ ਚਰਚਾ ਚੱਲੀ। ਸਾਰੇ ਭਵਨਾਂ ਦੇ ਵਿੱਚ ਪਾਰ ਬ੍ਰਹਮ ਦਾ ਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰੁਸ਼ਨਾਈ ਫੈਲੀ। ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਤਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੰਗ 1387। ਭਾਈ ਗੁਰਦਾਸ ਜੀ ਨੇ ਇਸ ਪ੍ਰਕਾਸ਼ ਨੂੰ ਆਪਣੇ ਸ਼ਬਦਾਂ ਦੇ ਵਿੱਚ ਸੂਰਜ ਕਿਹਾ, ਕਿਉਂਕਿ ਸੂਰਜ ਦਾ ਪ੍ਰਕਾਸ਼ ਐਸਾ ਹੈ ਜਿਸ ਨਾਲ ਹਰ ਇੱਕ ਕੋਨੇ ਦੇ ਵਿੱਚ ਪਸਰਿਆ ਹੋਇਆ ਹਨੇਰਾ ਖੰਭ ਲਾ ਕੇ ਉੱਡ ਜਾਂਦਾ ਹੈ। ਸੂਰਜ ਦੇ ਤੇਜ਼ ਪ੍ਰਕਾਸ਼ ਦੇ ਨਾਲ ਹਰ ਤਰਫ ਫੈਲੀ ਹੋਈ ਧੁੰਦ ਵੀ ਮਿਟ ਜਾਂਦੀ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਸਤ ਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪਖ ਅੰਧੇਰ ਪਲੋਆ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਹੋਣ ਦੇ ਨਾਲ ਧਰਤੀ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਅਗਿਆਨਤਾ ਦੀ ਧੁੰਦ ਦਾ ਪਸਾਰਾ ਵੀ ਖਤਮ ਹੋਣ ਲੱਗਾ। ਇਸ ਧਰਤੀ ਤੋਂ ਨਵੇਂ ਰਾਗ ਬੋਧ ਸੰਗੀਤ ਦੇ ਬਾਜੇ ਵੱਜਣ ਲੱਗੇ। ਜੋਗੀ ਜੰਗਮ, ਇੰਦਰ, ਭਗਤ ਪ੍ਰਹਲਾਦ, ਬ੍ਰਹਮਾ ਦੇ ਪੁੱਤਰ ਸਨਕ, ਸਨੰਦਨ, ਸੰਤ ਕਮਾਲ, ਸਨਾਤਨਾਥ ਸਭ ਗਾਉਣ ਲੱਗੇ। ਗਾਵ ਹੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ। ਗਾਵ ਹੈ ਇੰਦਰਾਦ, ਭਗਤ ਪ੍ਰਹਲਾਦਿਕ, ਆਤਮ ਰਸ ਜਿਨ ਜਾਣਿਓ। ਕਬ ਕਲ ਸੋ ਜਸ ਗਾਵੋ, ਗੁਰੂ ਨਾਨਕ ਰਾਜ ਯੋਗ ਜਿਨ ਮਾਣਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 1399 ਅੰਗ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਸਮੇਂ ਸੰਸਾਰ ਅੰਦਰ, ਖਾਸ ਤੌਰ ਤੇ ਭਾਰਤ ਵਰਸ਼ ਦੀ ਅੰਦਰੂਨੀ ਹਾਲਤ ਮੰਦਭਾਗੀ ਸੀ। ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਦਾ ਅੰਦਾਜ਼ਾ ਉੱਥੋਂ ਦੀ ਰਾਜਨੀਤਿਕ, ਆਰਥਿਕ, ਸਮਾਜਿਕ ਤੇ ਧਾਰਮਿਕ ਹਾਲਤ ਤੋਂ ਲਾਇਆ ਜਾਂਦਾ ਹੈ। ਭਾਰਤ ਦੇ ਵਿੱਚ ਚਾਰੇ ਪਰਿਸਥਿਤੀਆਂ ਦੇ ਵਿੱਚ ਆਪਣੀ ਅਸਲੀ ਵਜੂਦ ਨੂੰ ਭਾਰਤ ਖੋ ਚੁੱਕਾ ਸੀ। ਧਰਮ ਦੇ ਆਗੂ ਆਪਣਾ ਧੀਰਜ ਖੋ ਚੁੱਕੇ ਸਨ। ਕਾਜੀ, ਬ੍ਰਾਹਮਣ ਤੇ ਜੋਗੀ ਤਿੰਨੇ ਹੀ ਲੁਕਾਈ ਨੂੰ ਕੁਰਾਹੇ ਪਾ ਰਹੇ ਸਨ। ਇਸ ਲਈ ਇਹਨਾਂ ਤਿੰਨਾਂ ਨੂੰ ਸਤਿਗੁਰੂ ਜੀ ਨੇ ਬੜੇ ਕਰੜੇ ਸ਼ਬਦਾਂ ਰਾਹੀਂ ਵਰਜਿਆ ਹੈ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ। ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਹ ਜਾੜੇ ਕਾ ਬੰਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੰਗ 662। ਧਰਮ ਦਾ ਵਿਵਹਾਰ ਵਰਣ ਵਿਵਸਥਾ ਦੇ ਵਿੱਚ ਵੰਡਿਆ ਗਿਆ। ਵਰਣ ਆਸ਼ਰਮ ਵਿਵਸਥਾ ਜਿਸ ਮਨੋਰਥ ਜਾਂ ਆਦਰਸ਼ ਲਈ ਆਰੰਭ ਕੀਤੀ ਗਈ ਸੀ, ਉਹ ਬਲੀਨ ਹੋ ਗਈ ਸੀ। ਸਮਾਜ ਦੇ ਵਿੱਚ ਬ੍ਰਾਹਮਣਾਂ ਦਾ ਰੁਤਬਾ ਵੱਧਦਾ ਗਿਆ, ਜਿਸ ਦੇ ਨਾਲ ਨੀਵੀਆਂ ਜਾਤੀਆਂ ਦਾ ਜੀਵਨ ਨਰਕ ਬਣ ਗਿਆ। ਉਹਨਾਂ ਦੀ ਹਾਲਤ ਦਿਨ ਪ੍ਰਤੀ ਦਿਨ ਨਿਗਰਦੀ ਗਈ। ਉਹਨਾਂ ਦੇ ਵਿਕਾਸ ਦੇ ਦਰਵਾਜ਼ੇ ਬੰਦ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਰਾਹੀਂ ਜ਼ੋਰਦਾਰ ਸ਼ਬਦਾਂ ਦੇ ਵਿੱਚ ਬ੍ਰਾਹਮਣਵਾਦ ਨੂੰ ਨਕਾਰ ਕੇ ਨੀਚੇ ਕਹੇ ਜਾਂਦੇ ਲੋਕਾਂ ਦੀ ਬਾਂਹ ਫੜੀ ਤੇ ਫਰਮਾਇਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰਤ ਅਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਗੁਰੂ ਜੀ ਨੇ ਊਚ ਨੀਚ ਦੇ ਭੇਦ ਮਿਟਾ ਕੇ ਸਮਾਨਤਾ ਤੇ ਭਰਾਤਰੀ ਭਾਵ ਦਾ ਪ੍ਰਚਾਰ ਕੀਤਾ। ਇਸ ਤਰ੍ਹਾਂ ਰਸਮਾਂ ਰਿਵਾਜਾਂ, ਮੂਰਤੀ ਪੂਜਾ, ਜੱਗਾਂ, ਊਚ ਨੀਚ ਤੇ ਜਾਤ ਪਾਤ ਦੇ ਵਿਤਕਰੇ, ਕਰਮਕਾਂਡ, ਪੂਜਾ, ਅਨੇਕਾਂ ਵਹਿਮਾਂ ਭਰਮਾਂ, ਸ਼ੰਕਿਆਂ, ਅੰਧ ਵਿਸ਼ਵਾਸਾਂ
ਅਤੇ ਬਾਹਰੀ ਆਚਾਰਾਂ ਵਿਹਾਰਾਂ ਨੇ ਇੱਥੋਂ ਦੇ ਪ੍ਰਚਲਿਤ ਧਰਮ ਨੂੰ ਵਿਕਰਤ ਕਰ ਦਿੱਤਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਰਮ ਦੀ ਇਸ ਵਾਸਤਵਿਕਤਾ ਨੂੰ ਬਾਣੀ ਰਾਹੀਂ ਨਕਾਰਾਤਮਕ ਸਿੱਧ ਕੀਤਾ। ਕਿਸੇ ਸਮੇਂ ਵਿਸ਼ਵ ਨੂੰ ਪ੍ਰਭਾਵਿਤ ਕਰਨ ਵਾਲੇ ਧਰਮ ਦੇ ਦਾਰਸ਼ਨਿਕ ਪ੍ਰਭਾਵ ਸਮੇਂ ਦੇ ਬੀਤਣ ਨਾਲ ਕੁਰੀਤੀਆਂ ਦੇ ਸ਼ਿਕਾਰ ਹੋ ਗਏ ਸਨ। ਪਰਮਾਤਮਾ ਦੇ ਸਰੂਪ ਨੂੰ ਗੁੰਝਲਦਾਰ ਬਣਾ ਦਿੱਤਾ ਗਿਆ ਸੀ। ਪਰਮਾਤਮਾ ਨੂੰ ਮੰਦਿਰਾਂ ਦੇ ਵਿੱਚ ਕੈਦ ਕਰ ਦਿੱਤਾ ਗਿਆ ਸੀ। ਹਿੰਦੂਆਂ ਦੇ ਨਾਲ ਬੋਧੀ ਵੀ ਮੂਰਤੀਆਂ ਦੀ ਪੂਜਾ ਕਰਨ ਲੱਗੇ ਸਨ। ਇੱਕ ਸਮਾਂ ਅਜਿਹਾ ਆਇਆ ਕਿ ਮੂਰਤੀਆਂ ਦੀ ਸੰਖਿਆ ਬਸੋਂ ਨਾਲੋਂ ਵੱਧ ਗਈ। ਧਾਰਮਿਕ ਹਾਲਤ ਨਿੱਘਰੀ ਹੋਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਾਰਮਿਕ ਅਧੋਗਤੀ ਦਾ ਗੰਭੀਰਤਾ ਦੇ ਨਾਲ ਅਧਿਐਨ ਕੀਤਾ ਤੇ ਜਗਤ ਜਲੰਦੇ ਨੂੰ ਉਠਾਉਣ ਲਈ, ਮਾਨਵੀ ਚੇਤਨਾ ਨੂੰ ਜਾਗਰਤ ਕਰਨ ਲਈ 3 ਉਦਾਸੀਆਂ ਦਾ ਲੰਮਾ ਪ੍ਰੋਗਰਾਮ ਉਲੀਕਿਆ। ਇਹਨਾਂ 3 ਉਦਾਸੀਆਂ ਦੇ ਵਿੱਚ ਕਈ ਇਹਨਾਂ ਨੂੰ 4 ਉਦਾਸੀਆਂ ਦੇ ਵਿੱਚ ਵੀ ਵੰਡਦੇ ਨੇ, ਤਾਂ ਜੋ ਜ਼ੁਲਮਾਂ ਥੱਲੇ ਦੱਬੀ ਹੋਈ ਮਨੁੱਖਤਾ ਨੂੰ ਸਾਰਥਕ ਜੀਵਨ ਮਾਰਗ ਲਈ ਨਵੀਂ ਸੇਧ ਪ੍ਰਾਪਤ ਹੋ ਸਕੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੱਬੀ ਏਕਤਾ ਤੇ ਮਾਨਵੀ ਚੇਤਨਾ ਨਾਲ ਲੋਕਾਈ ਨੂੰ ਜਾਗਰਤ ਕੀਤਾ। ਗੁਰੂ ਜੀ ਨੇ ਰਾਜਸੀ ਸਮਾਜਿਕ ਜ਼ਬਰ ਵਿਰੁੱਧ ਜਿਹਾਦ ਕੀਤਾ। ਰੱਤ ਪੀਣੇ ਰਾਜਿਆਂ ਨੂੰ ਤੇ ਉਹਨਾਂ ਦੇ ਭ੍ਰਿਸ਼ਟ ਕਰਮਚਾਰੀ ਵਰਗ ਦੀ ਬੜੇ ਕਰੜਾ ਸ਼ਬਦਾਂ ਦੇ ਨਾਲ ਆਲੋਚਨਾ ਕੀਤੀ। ਰਾਜੇ ਸੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 1288। ਉਸ ਸਮੇਂ ਦੀ ਰਾਜਨੀਤੀ ਧਾਰਮਿਕ ਅੰਨ੍ਹੇਪਣ ਦੀ ਦਾਸੀ ਬਣੀ ਹੋਈ ਸੀ। ਮੁਸਲਮਾਨਾਂ ਦਾ ਅਸਲ ਮਨੋਰਥ ਹਿੰਦੁਸਤਾਨ ਵਿੱਚ ਮੁਸਲਮਾਨੀ ਰਾਜ ਸਥਾਪਿਤ ਕਰਨ ਦੇ ਨਾਲ ਆਪਣੇ ਧਰਮ ਨੂੰ ਸਥਾਪਿਤ ਕਰਨਾ ਸੀ। ਉਹ ਅੱਲਾਹੂ ਦੀ ਗੂੰਜ ਧਾਰਮਿਕ ਸਥਾਨਾਂ ਦੇ ਵਿੱਚ ਸੁਣਨਾ ਚਾਹੁੰਦੇ ਸਨ। ਭਾਰਤੀ ਲੋਕਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਂਦਾ ਸੀ। ਇੱਕ ਦਿਨ ਦੇ ਵਿੱਚ ਲੱਖਾਂ ਬੰਦਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਲੋਕਾਂ ਦੀ ਨਾ ਤੇ ਜਾਨ ਸੁਰੱਖਿਅਤ ਸੀ ਤੇ ਨਾ ਹੀ ਸੰਪਤੀ। ਮੈਕਾਲਫ ਇਤਿਹਾਸਕਾਰ ਲਿਖਦਾ ਹੈ ਕਿ ਫਿਰੋਜ਼ ਤੁਗਲਕ ਨੇ ਮਾਲਵਾ ਨਗਰ ਨੂੰ 2 ਵਾਰੀ ਇਸ ਤਰ੍ਹਾਂ ਲੁੱਟਿਆ ਕਿ ਸ਼ਹਿਰ ਦੇ ਵਿੱਚ ਮਿੱਟੀ ਤੋਂ ਇਲਾਵਾ ਕੁਝ ਨਜ਼ਰ ਨਹੀਂ ਸੀ ਆਉਂਦਾ। ਭਾਰਤੀਆਂ ਨੂੰ ਉੱਚ ਅਹੁਦਿਆਂ ਤੋਂ ਵਾਂਝਿਆ ਰੱਖਿਆ ਜਾਂਦਾ ਸੀ। ਬਹੁਤ ਭੇਦਭਾਵ ਕੀਤਾ ਜਾਂਦਾ ਸੀ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ। ਜਨਤਾ ਬੇਚੈਨ ਹਿਰਦੇ ਦੇ ਨਾਲ ਅਸਲੀ ਸ਼ਾਂਤੀ ਨੂੰ ਲੱਭਣ ਲਈ ਤਲਾਸ਼ ਵਿੱਚ ਸੀ। ਭਾਰਤੀ ਜਨਤਾ ਦੀ ਦਰਦਨਾਕ ਹਾਲਤ ਨੂੰ ਤੱਕਦੇ ਹੋਏ ਆਪ ਜੀ ਨੇ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੀਨ ਦੁਖੀਆਂ ਦੀ ਸਹਾਇਤਾ ਲਈ ਇੱਕ ਲੰਬੇਰੀ ਸੰਸਾਰਕ ਯਾਤਰਾ ਲਈ ਕਮਰ ਕੱਸੇ ਕਰਕੇ ਸੰਸਾਰ ਯਾਤਰਾ ਆਰੰਭੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਦੈਵੀ ਸੰਦੇਸ਼ ਨੂੰ ਸਮਸਤ ਲੋਕਾਈ ਦੇ ਵਿੱਚ ਪ੍ਰਚਾਰ ਨਿਹਿਤ ਸੰਸਾਰ ਯਾਤਰਾ ਆਰੰਭ ਕੀਤੀ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਗੁਰੂ ਜੀ ਵਿਸ਼ਾਲ ਭਾਰਤ ਦੇ ਹਰ ਕੋਨੇ ਤੇ ਪਹੁੰਚੇ। ਉਹ ਮੱਧ ਪੂਰਬ ਦੇ ਵਿੱਚ ਸਥਿਤ ਇਸਲਾਮੀ ਦੇਸ਼ਾਂ ਦੇ ਲਗਭਗ ਸਾਰੇ ਧਰਮ ਕੇਂਦਰਾਂ ਉੱਤੇ ਜਾ ਕੇ ਵਿਵਿਧ ਪ੍ਰਕਾਰ ਦੀ ਭਾਰਤੀ ਤੇ ਸ਼ਾਮੀ ਧਰਮੀ ਪਰੰਪਰਾਵਾਂ ਨੂੰ ਨੇੜੇ ਹੋ ਕੇ ਉਹਨਾਂ ਨੇ ਵੇਖਿਆ। ਉਹਨਾਂ ਨੇ ਦਾਰਸ਼ਨਿਕ ਆਧਾਰਾਂ ਤੇ ਅਭਿਆਸ ਪ੍ਰਣਾਲੀਆਂ ਦਾ ਅਧਿਐਨ ਕੀਤਾ ਅਤੇ ਅਗਿਆਨ ਗ੍ਰਸਤ ਲੋਕਾਂ ਨੂੰ ਕਿਰਿਆਚਾਰੀ ਖੰਡ ਤੇ ਰਿੱਧੀਆਂ ਸਿੱਧੀਆਂ ਅਥਵਾ ਕਰਮਕਾਂਡਾਂ ਕਰਾਮਾਤਾਂ ਆਦਿ ਤੋਂ ਨਿਰਾਰਥਕਤਾ ਦੱਸ ਕੇ ਇਹਨਾਂ ਨੂੰ ਤਿਆਗਣ ਤੇ ਇੱਕ ਅਕਾਲ ਪੁਰਖ ਦੀ ਓਟ ਦੇ ਵਿੱਚ ਸੰਜਮਮਈ ਜੀਵਨ ਬਿਤਾਉਣ ਦੀ ਪ੍ਰੇਰਨਾ ਕੀਤੀ। ਆਪ ਜੀ ਦੀ ਲੋਕ ਉਦਾਹਰਨ ਦੀ ਯੁਕਤੀ ਇਹ ਸੀ ਕਿ ਆਪ ਕਿਸੇ ਵੀ ਧਰਮ ਉਤਸਵ ਤੇ ਇਕੱਤਰ ਹੋਏ ਲੋਕਾਂ ਦੇ ਵਿੱਚ ਜਾ ਕੇ ਅਨੋਖੇ ਨਾਟਕੀ ਅੰਦਾਜ਼ ਦੇ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਤੇ ਉਹਨਾਂ ਦੇ ਫੋਕਟ ਕਰਮਾਂ ਦਾ ਖੰਡਨ ਕਰਕੇ ਉਹਨਾਂ ਨੂੰ ਸਤ ਵਿਵਹਾਰ ਕਰਨ ਦੀ ਸਿੱਖਿਆ ਦੀਖਿਆ ਦਿੰਦੇ। ਅਨੇਕਾਂ ਹੀ ਉਦਾਹਰਨਾਂ ਆਪ ਜੀ ਦੇ ਜੀਵਨ ਦੇ ਵਿੱਚੋਂ ਮਿਲਦੀਆਂ ਨੇ। ਹਰਿਦੁਆਰ ਵਿਖੇ ਸੂਰਜ ਨੂੰ ਪਾਣੀ ਦੇਣ ਦੀ ਬਜਾਏ ਆਪ ਜੀ ਨੇ ਇਸ ਕਰਮ ਦੀ ਨਿਰਾਰਥਕਤਾ ਦਰਸਾਉਣ ਦੇ ਲਈ ਪੱਛਮ ਵੱਲ ਆਪਣੇ ਖੇਤਾਂ ਨੂੰ ਪਾਣੀ ਦੇਣਾ ਸ਼ੁਰੂ ਕੀਤਾ। ਲੋਕਾਈ ਦੇ ਇਸ ਭਰਮ ਨੂੰ ਰਹੱਸਮਈ ਢੰਗ ਦੇ ਨਾਲ ਖੰਡਨ ਕਰਕੇ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਪਰਮਾਤਮਾ ਦੇ ਰਾਹੇ ਤੋਰਿਆ। ਇਹਨਾਂ ਉਦਾਸੀਆਂ ਦੇ ਵਿੱਚੋਂ ਪਹਿਲੀ ਉਦਾਸੀ ਬਹੁਤ ਲੰਬੇਰੀ ਸੀ। ਪ੍ਰੋਫੈਸਰ ਸਾਹਿਬ ਸਿੰਘ ਅਨੁਸਾਰ
ਭਾਦਰੋਂ ਸੰਮਤ 1564 ਤੋਂ 1572 8 ਸਾਲ ਸਨ 1507 ਤੋਂ ਲੈ ਕੇ 1515 ਈਸਵੀ ਤੱਕ ਇਹ ਪਹਿਲੀ ਉਦਾਸੀ ਸੀ। ਇਸ ਯਾਤਰਾ ਦੌਰਾਨ ਆਪ ਜੀ ਨੇ ਹਜ਼ਾਰਾਂ ਮੀਲ ਦਾ ਸਫ਼ਰ ਕੀਤਾ। ਇਸ ਉਦਾਸੀ ਦੇ ਵਿੱਚ ਆਪ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ ਹਰਿਦੁਆਰ, ਗੋਰਖਮਾਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਇਆ, ਜਗਨਨਾਥਪੁਰੀ, ਮਦੁਰਾਈ, ਰਮੇਸ਼ਵਰ, ਸੋਮਨਾਥ, ਦਵਾਰਕਾ, ਪੁਸ਼ਕਰ, ਮਥੁਰਾ, ਬਿੰਦਰਾਵਨ ਤੇ ਕੁਰੂਕਸ਼ੇਤਰ ਆਦਿ ਤੋਂ ਇਲਾਵਾ ਸਿੰਗਲਾਦੀਪ, ਸਿੱਕਮ, ਅਸਾਮ, ਬੰਗਾਲ, ਉੜੀਸਾ, ਤਰਾਵੜ ਦੇਸ਼, ਬੰਬਈ, ਔਰੰਗਾਬਾਦ, ਉਜੈਨ, ਕਸ਼, ਅਜਮੇਰ ਆਦਿ ਸਥਾਨਾਂ ਦੀ ਵੀ ਯਾਤਰਾ ਕੀਤੀ। ਇਸ ਉਦਾਸੀ ਦੌਰਾਨ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇੱਕ ਅਨੁਸ਼ਚਿਤ ਅਤੇ ਵਿਧੀਵਤ ਜੀਵਨ ਦਰਸ਼ਨ ਦਾ ਰੂਪ ਦਿੱਤਾ। ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਿਤ ਕਰਨ ਦੀ ਯੋਜਨਾ ਬਣਾਈ। ਇਸ ਉਦਾਸੀ ਤੋਂ ਵਾਪਸ ਆ ਕੇ ਆਪ ਜੀ ਨੇ ਕੁਝ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਰਾਵੀ ਦੇ ਕੰਢੇ ਤੇ ਇੱਕ ਨਵਾਂ ਪਿੰਡ ਕਰਤਾਰਪੁਰ ਵਸਾਇਆ। ਜਦੋਂ ਇੱਥੇ ਇੱਕ ਛੋਟੀ ਜਿਹੀ ਧਰਮਸ਼ਾਲਾ ਬਣ ਗਈ ਤੇ ਆਪ ਜੀ ਆਪਣੇ ਮਾਤਾ ਪਿਤਾ ਜੀ ਨੂੰ ਵੀ ਇੱਥੇ ਲੈ ਆਏ। ਭਾਈ ਮਰਦਾਨਾ ਜੀ ਦਾ ਪਰਿਵਾਰ ਵੀ ਇੱਥੇ ਆ ਕੇ ਵਸਿਆ। ਕੁਝ ਚਿਰ ਸਤਿਗੁਰੂ ਜੀ ਨਗਰ ਵਸਾਉਣ ਦੇ ਆਰ ਵਿੱਚ ਰਹੇ, ਪਰੰਤੂ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ। ਦੂਜੀ ਉਦਾਸੀ 3 ਸਾਲ ਦੀ ਸੀ। ਪ੍ਰੋਫੈਸਰ ਸਾਹਿਬ ਸਿੰਘ ਅਨੁਸਾਰ ਇਹ ਉਦਾਸੀ ਸਨ 1517 ਤੋਂ ਲੈ ਕੇ 1518 ਤੱਕ ਦੀ ਸੀ। ਇਸ ਉਦਾਸੀ ਦੌਰਾਨ ਗੁਰਦੇਵ ਨੇ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੀਤੀ। ਆਪ ਗਿਆਨਕੋਟ ਤੇ ਜੰਮੂ ਤੋਂ ਹੁੰਦੇ ਹੋਏ ਪਹਿਲੇ ਵੈਸ਼ਨੋ ਦੇਵੀ ਗਏ, ਫਿਰ ਮਟਨ ਵਿੱਚ, ਅਮਰਨਾਥ ਤੇ ਉਸ ਤੋਂ ਵੀ ਪਰੇ ਬਰਫਾਂ ਲੱਦੀ ਪਰਬਤਮਾਲਾ ਉੱਤੇ, ਜਿੱਥੇ ਕੁਝ ਸਿੱਧਾਂ ਦੇ ਨਾਲ ਆਪ ਜੀ ਦਾ ਸੰਵਾਦ ਹੋਇਆ। ਭਾਈ ਗੁਰਦਾਸ ਜੀ ਦਾ ਕਥਨ ਹੈ, ਫਿਰ ਜਾਏ ਚੜ੍ਹਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟ ਆਈ। ਸ਼ਬਦ ਜਿੱਤੀ ਸਿੱਧ ਮੰਡਲੀ। ਇਸੇ ਤਰ੍ਹਾਂ 12 ਦੇ ਵਿੱਚ ਜ਼ਿਕਰ ਹੈ ਭਾਈ ਗੁਰਦਾਸ ਜੀ ਦੀਆਂ ਦੇ ਵਿੱਚ। ਤੀਸਰੀ ਉਦਾਸੀ ਸਨ 1518 ਤੋਂ ਲੈ ਕੇ 1521 ਤੱਕ। ਆਪ ਜੀ ਕਰਤਾਰਪੁਰ ਤੋਂ ਪੱਛਮ ਮੱਧ ਪੂਰਬ ਦੇ ਦੇਸ਼ਾਂ ਦੀ ਯਾਤਰਾ ਲਈ ਗਏ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਫਿਰ ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਓਪਰੀਆਂ ਧਰਤੀਆਂ ਓਪਰੇ ਲੋਕ। ਪਰ ਸਤਿਗੁਰੂ ਜੀ ਨੂੰ ਤਾਂ ਕੁਝ ਵੀ ਓਪਰਾ ਨਹੀਂ ਸੀ ਲੱਗਦਾ, ਸਾਰੇ ਆਪਣੇ ਹੀ ਸਨ। ਇਸ ਵਾਰ ਆਪ ਜੀ ਕਰਤਾਰਪੁਰ ਤੋਂ ਤੁਰੇ ਤਾਂ ਕਸੂਰ, ਪਾਕਪਟਨ, ਤੁਲੰਬਾ, ਮੁਲਤਾਨ, ਬਹਾਵਲਪੁਰ, ਸ਼ਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜੀਆਂ ਦੇ ਕਾਫਲੇ ਵਿੱਚ ਸ਼ਾਮਲ ਹੋ ਕੇ ਮਕਰਾਨ ਦੇ ਇਲਾਕੇ ਵਿੱਚ ਪਹੁੰਚੇ। ਫਿਰ ਮੱਕੇ ਗਏ। ਮੱਕੇ ਹਾਜੀਆਂ ਦੇ ਨਾਲ ਗੁਰੂ ਜੀ ਦਾ ਵਿਚਾਰ ਵਟਾਂਦਰਾ ਹੋਇਆ। ਰੁਕਮਦੀਨ ਦੇ ਨਾਲ ਬਹਿਸ ਹੋਈ, ਉਸ ਨੂੰ ਆਪਣੀ ਖੜਾਬ ਨਿਸ਼ਾਨੀ ਦਿੱਤੀ। ਫਿਰ ਮਦੀਨੇ ਗਏ, ਫਿਰ ਬਸਰੇ ਤੇ ਬਸਰੇ ਤੋਂ ਕਰਬਲਾ, ਫਿਰ ਬਗਦਾਦ। ਇਸ ਦਾ ਵਰਣਨ ਭਾਈ ਗੁਰਦਾਸ ਜੀ ਨੇ ਕੀਤਾ ਹੈ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਰਾਗ ਨੂੰ ਹਰਾਮ ਸਮਝੇ ਜਾਣੇ ਵਾਲੇ ਸ਼ਹਿਰ ਦੇ ਵਿੱਚ ਕੀਰਤਨ, ਸੱਤ ਜਿਮੀ ਅਸਮਾਨ ਮੰਨਣ ਵਾਲਿਆਂ ਨੂੰ ਪਤਾਲਾ ਪਾਤਾਲ, ਲੱਖ ਆਗਾਸਾ ਆਗਾਸ ਦੱਸਦੇ ਹੋਏ ਫਿਰ ਬਗਦਾਦ ਤੋਂ ਇਸ ਫੁਰਾਨ, ਤਹਿਰਾਨ, ਮਸਤਕ ਬੁਖਾਰਾ ਤੇ ਸਮਰਕੰਦ ਹੁੰਦੇ ਹੋਏ ਕਾਬਲ ਤੇ ਜਲਾਲਾਬਾਦ ਦੇ ਰਾਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪਹੁੰਚੇ। ਫਿਰ ਐਮਨਾਬਾਦ ਤੋਂ ਕਰਤਾਰਪੁਰ। ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੁਸਲਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ। ਐਮਨਾਬਾਦ ਬਾਬਰ ਦਾ ਹਮਲਾ ਹੋਇਆ, ਜਿਸ ਦਾ ਵਰਣਨ ਆਪ ਜੀ ਨੇ ਆਪਣੀ ਬਾਣੀ ਦੇ ਵਿੱਚ ਕੀਤਾ ਹੈ। ਆਪਣੇ ਜੀਵਨ ਦੇ ਅੰਤਮ 8-10 ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਕੀਤਾ, ਜਿੱਥੇ ਆਪ ਜੀ ਨੇ ਨਿਤਨੇਮ, ਕਥਾ, ਕੀਰਤਨ ਤੇ ਭਜਨ ਬੰਦਗੀ ਕਰਦੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਨਾਮ ਦਾ ਅਭਿਆਸ ਕਰਨ ਦੀ ਸਿੱਖਿਆ ਦਿੱਤੀ। ਭਾਈ ਮਰਦਾਨਾ ਜੀ ਨੇ ਆਪਣੇ ਅੰਤਮ ਸਵਾਸ ਆਪ ਜੀ ਦੀ ਗੋਦ ਵਿੱਚ ਲਏ। ਭਾਈ ਗੁਰਦਾਸ ਜੀ ਕਰਤਾਰਪੁਰ ਦੀ ਧਰਮਸ਼ਾਲਾ ਦਾ ਵਰਣਨ ਕਰਦੇ ਹੋਏ ਫਰਮਾਉਂਦੇ ਨੇ, ਗਿਆਨ ਗੋਸ਼ਟ ਰਚਨਾ ਸਦਾ ਅਨਹਦ ਸ਼ਬਦ ਉੱਠੇ ਚਨਕਾਰ,
ਧਨਕਾਰਾ। ਆਪ ਜੀ ਦੇ ਇੱਥੇ ਹੀ ਆਪ ਜੀ ਦਾ ਦੀਦਾਰ ਕਰਨ ਲਈ ਭਾਈ ਲਹਿਣਾ ਜੀ ਆਏ। ਦੀਦਾਰ ਐਸਾ ਹੋਇਆ ਕਿ ਜੋਤੀ ਜੋਤ ਰਲ ਗਈ, ਦੋਵੇਂ ਇੱਕ ਜੋਤ ਹੋ ਗਏ। ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦਾ ਅੰਗ ਬਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਹੋ ਨਿਬੜੇ। 7 ਸਤੰਬਰ ਸਨ 1539 ਨੂੰ ਸਤਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣਾ ਜੋਤ ਰੂਪ ਨੂਰ ਭਾਈ ਲਹਿਣਾ ਜੀ ਗੁਰੂ ਅੰਗਦ ਦੇ ਵਿੱਚ ਟਿਕਾ ਕੇ ਆਪ ਸਤ ਵਿੱਚ ਸਮਾ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਸੀ ਡਾਕਟਰ ਸਾਹਿਬ ਨੇ ਜਿਹੜਾ ਸਾਨੂੰ ਬਹੁਤ ਹੀ ਸੰਖੇਪ ਸ਼ਬਦਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਦੇ ਵਿੱਚੋਂ ਕੁਝ ਕੁ ਜਿਹੜੀਆਂ ਝਾਕੀਆਂ, ਕੁਝ ਕੁ ਗੱਲਾਂ ਜਿਹੜੀਆਂ ਸਾਨੂੰ ਦੱਸੀਆਂ ਨੇ, ਤੇ ਆਸ ਕਰਦੇ ਹਾਂ ਕਿ ਅਸੀਂ ਇਹਨਾਂ ਨੂੰ ਜਾਣਾਂਗੇ ਤੇ ਗਾਹਾਂ ਇਹਨਾਂ ਦਾ ਪ੍ਰਚਾਰ ਪ੍ਰਸਾਰ ਕਰਾਂਗੇ। ਤੇ ਇਹ ਸੀ ਲੇਖ ਗੁਰਮਤਿ ਪ੍ਰਕਾਸ਼ ਨਵੰਬਰ 2007 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂਰਾਂ ਦਾ ਦਰਿਆ, ਡਾਕਟਰ ਪਰਮਜੀਤ ਸਿੰਘ ਮਾਨਸਾ ਉਹਨਾਂ ਦੇ ਲਿਖੇ ਹੋਏ ਅੱਖਰ। ਤੇ ਆਓ ਚੱਲਦੇ ਹਾਂ ਅਗਲਾ ਸ਼ਬਦ ਸਰਵਣ ਕੀਤੇ ਹਾਂ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਰੇ। ਮੈਂ ਮੂਰਖ ਕੀ केतक बात है, कोट पराधी तरिया रे। गुरु नानक जिन सुनिया देखिया से फिर गरबास ना परिया रे। सुनिया पेखिया से फिर घर बास ना परिया रे। कोट ब्रह्मांड को ठाकुर स्वामी सर्व जिया का दाता रे। प्रतिपाल नित सार समाल, एक गुण नहीं मूरख जाता रे। गुरु नानक जिन सुनिया देखिया से फिर गरबास ना परिया रे। गुरु नानक जिन सुनिया देखिया से फिर गरबास ना परिया रे। हर आराधना जाना रे। हर आराधना जाना रे। हर हर गुर गुर करता रे। हर जियो नाम परियो रामदास
सुख सागर सर्व घटा भरपूरी रे देखत सुनत सदा है संगे मैं मूरख जानिया दूरी रे गुरु नानक जिन सुनिया देखिया से फिर गरबास ना भरिया रे गुरु नानक जिन सुनिया देखिया से फिर गरबास ना भरिया रे हर बेअंत हो मित कर बरनो क्या जाना होए कैसो रे करो बेनंती सतगुर अपने मैं मूरख देओ उपदेसो रे गुरु नानक जिन सुनिया देखिया से फिर गरबास ना भरिया रे गुरु नानक जिन सुनिया देखिया से फिर गरबास ना भरिया रे मैं मूरख की केतक बात है मैं मूरख की केतक बात है कोट पराधी करया रे कोट पराधी करया रे गुरु नानक जिन सुनिया देखिया से फिर गरबास ना भरिया रे गुरु नानक जिन सुनिया देखिया से फिर गरबास ना भरिया रे से फिर गरबास ना भरिया रे से फिर गरबास ना ਹਾਂਜੀ ਇਹ ਸਨ ਭਾਈ ਭੁਪਿੰਦਰ ਸਿੰਘ ਜੀ ਤੇ ਉਹਨਾਂ ਦਾ ਜਥਾ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਤੇ ਆਓ ਅਗਲਾ ਜਿਹੜਾ ਲੇਖ ਹੈ ਅੱਜ ਦਾ ਉਸ ਵੱਲ ਚੱਲਦੇ ਹਾਂ। ਇਹ ਅਸੀਂ ਗੁਰਮਤਿ ਪ੍ਰਕਾਸ਼ ਨਵੰਬਰ 2016 ਦੇ ਅੰਕ ਦੇ ਵਿੱਚੋਂ ਲਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਮਹੀਨੇ ਜਿਹੜਾ ਇਹ ਮਹੀਨੇਵਾਰ ਜਿਹੜਾ ਪੱਤਰ ਹੈ ਇਹ ਛਾਪਦੀ ਹੈ, ਜਿਹਦੇ ਵਿੱਚ ਬਹੁਤ ਹੀ ਚੰਗੇ ਲੇਖ ਜਿਹੜੇ ਹੈ ਪੜ੍ਹ ਸਕਦੇ ਹਾਂ ਤੇ ਆਨਲਾਈਨ ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ ਇਹ ਜਿਹੜਾ ਹੈ ਗੁਰਮਤਿ ਪ੍ਰਕਾਸ਼ ਦਾ ਜਿਹੜਾ ਹੈ ਮਹੀਨਾਵਾਰ ਜਿਹੜਾ ਮੈਗਜ਼ੀਨ ਇਹ ਕੋਈ ਵੀ ਡਾਊਨਲੋਡ ਕਰ ਸਕਦਾ ਹੈ PDF ਦੇ ਵਿੱਚ। ਤੇ ਅੱਜ ਦਾ ਜਿਹੜਾ ਇਹ ਲੇਖ ਹੈ ਅਸੀਂ ਨਵੰਬਰ 2016 ਦੇ ਅੰਕ ਦੇ ਵਿੱਚੋਂ ਲਿਆ ਹੈ ਤੇ ਇਸ ਦਾ ਸ਼ੀਰਸ਼ਕ ਹੈ ਮਾਰੂ ਸੋਹਲੇ ਮਹੱਲਾ ਪਹਿਲਾ ਇੱਕ ਅਧਿਐਨ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਆਂ ਬਾਣੀਆਂ ਦੇ ਵਿੱਚੋਂ ਰਾਗ ਮਾਰੂ ਦੇ ਵਿੱਚ ਮਾਰੂ ਸੋਹਲੇ ਜਿਹੜੇ ਆ ਇੱਕ ਬਾਣੀ ਹੈ ਤੇ ਇਸ ਬਾਣੀ ਦੇ ਵਿੱਚ ਇਹਦਾ ਅਧਿਐਨ ਕੀਤਾ ਹੈ ਇਸ ਲੇਖਕ ਸਤਵਿੰਦਰ ਸਿੰਘ ਫੂਲਪੁਰ ਜੀ ਨੇ ਕਿ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਦਿੰਦੇ ਨੇ। ਪਹਿਲਾਂ ਜਿਹੜੀ ਉਹਦੀ ਇੰਟਰੋਡਕਸ਼ਨ ਜਿਹੜੀ ਹੈ ਉਹਦੇ ਵਿੱਚ ਦੱਸਦੇ ਨੇ ਕਿ ਸੋਹਲਾ ਕਿਹਨੂੰ ਕਹਿੰਦੇ ਨੇ। ਉੱਦਾਂ ਪੰਜਾਬੀ ਦੇ ਵਿੱਚ ਅਸੀਂ ਇਹ ਜਾਣਦੇ ਹਾਂ ਸੋਹਲੇ ਗਾਉਣੇ ਦਾ ਕੀ ਮਤਲਬ ਹੈ, ਸੋਹਲੇ ਸੁਣਾਉਣ ਦਾ ਕੀ ਮਤਲਬ ਹੈ। ਤੇ ਸੋਹਲਾ ਇੱਕ ਮਾਤਰਕ ਛੰਦ ਹੈ। ਆਪ ਜੀ ਲਿਖਦੇ ਨੇ ਸਤਵਿੰਦਰ ਸਿੰਘ ਫੂਲਪੁਰ ਜੀ
ਤੇ ਇਸ ਦੇ ਵਿੱਚ 16 ਪਦੇ ਹੁੰਦੇ ਨੇ ਤੇ ਹਰੇਕ ਪਦੇ ਦੇ ਵਿੱਚ 3 ਚਰਨ ਹੁੰਦੇ ਨੇ। ਪਹਿਲੇ 2 ਚਰਨ ਸਮਾਨ ਆਕਾਰ ਦੇ 16 ਮਾਤਰਾ ਤੇ ਤੀਸਰਾ ਚਰਨ ਪਹਿਲੇ 2 ਚਰਨਾਂ ਜਿੰਨਾ ਲੰਮਾ 16 ਜਮਾ 15 31 ਜਾਂ 16 ਜਮਾ 13 29 ਮਾਤਰਾ ਦਾ ਹੁੰਦਾ ਹੈ। ਇਸ ਛੰਦ ਦੀ ਚਾਲ ਮੱਧਮ ਮਧੁਰ ਤੇ ਲੋਰੀ ਵਾਂਗ ਲੰਮੀ ਹੇਕ ਵਾਲੀ ਹੁੰਦੀ ਹੈ। ਇਹ ਸਾਹਿਤਕ ਵੰਨਗੀ ਦੀ ਚਾਲ ਚਿੱਤਰਕਲਾ ਛੰਦ ਦੇ ਨਾਲ ਮਿਲਦੀ ਹੈ, ਜਿਹਦੀਆਂ 61 ਮਾਤਰਾਵਾਂ ਹੁੰਦੀਆਂ ਨੇ, ਪਰ ਸੋਹਲੇ ਦੇ ਵਿੱਚ 61 ਜਾਂ 63 ਮਾਤਰਾ ਹੁੰਦੀਆਂ ਨੇ। ਇਸ ਛੰਦ ਨੂੰ ਘਨ ਕਲਾ ਛੰਦ ਜਾਂ ਛੋੜ ਸ਼ਬਦੀ ਵੀ ਕਿਹਾ ਜਾਂਦਾ ਹੈ। ਇਹ ਤਾਂ ਸੀ ਸੋਹਲੇ ਜਿਹੜੇ ਹੈ ਉਹਦੇ ਬਾਰੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 1020 ਤੋਂ ਲੈ ਕੇ 1043 ਉੱਤੇ ਮਾਰੂ ਸੋਹਲੇ ਸਿਰਲੇਖ ਹੇਠ ਪਹਿਲੇ ਪਾਤਸ਼ਾਹ ਦੇ 22, ਤੀਜੇ ਪਾਤਸ਼ਾਹ ਦੇ 24, ਚੌਥੇ ਪਾਤਸ਼ਾਹ ਦੇ 2 ਤੇ ਪੰਜਵੇਂ ਪਾਤਸ਼ਾਹ ਦੇ 14 ਸ਼ਬਦ ਅੰਕਿਤ ਹਨ। ਸੋਹਲਾ ਕਾਵਿ ਛੰਦ ਵਿੱਚ 16 ਪਦੇ ਹੁੰਦੇ ਨੇ, ਪਰ ਭਾਰਤੀ ਕਾਵਿ ਸ਼ਾਸਤਰ ਦੇ ਨੇਮ ਗੁਰਬਾਣੀ ਉੱਪਰ ਹੂਬਹੂ ਲਾਗੂ ਨਹੀਂ ਹੁੰਦੇ, ਕਿਉਂਕਿ ਗੁਰਬਾਣੀ ਧੁਰੋਂ ਬਰਸੋਈ ਹੋਈ ਖਸਮ ਦੀ ਬਾਣੀ ਹੈ। ਇਸ ਲਈ 4 ਪਾਤਸ਼ਾਹੀਆਂ ਦੁਆਰਾ ਉਚਾਰਨ ਕੀਤੇ ਕੁੱਲ 62 ਸ਼ਬਦਾਂ ਦੇ ਵਿੱਚ ਪਦਿਆਂ ਦੀ ਗਿਣਤੀ 9 ਤੋਂ 21 ਤੱਕ ਮਿਲਦੀ ਹੈ ਤੇ 9 ਪਦਿਆਂ ਦਾ 1 ਤੇ 15 ਪਦਿਆਂ ਦੇ 9 ਤੇ ਇਸੇ ਤਰ੍ਹਾਂ 16 ਪਦਿਆਂ ਦੇ 45 ਤੇ 17 ਪਦਿਆਂ ਦੇ 6 ਤੇ 21 ਪਦਿਆਂ ਦਾ 1। ਇਹਨਾਂ ਪਦਿਆਂ ਦੇ ਅੰਦਰ ਰਹਾਉ ਦੀ ਕੋਈ ਤੁਕ ਨਹੀਂ ਆਉਂਦੀ। ਇਹਨਾਂ ਸ਼ਬਦਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਸਮੁੱਚੇ ਵਿਸ਼ਿਆਂ ਦਾ ਬਹੁਤ ਵਿਸਥਾਰ ਦੇ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ। ਇਹਨਾਂ ਵਿਸ਼ਿਆਂ ਦੀ ਗਹਿਰ ਗੰਭੀਰਤਾ ਤੇ ਬਾਣੀ ਦੇ ਆਕਾਰ ਨੂੰ ਧਿਆਨ ਰੱਖਦੇ ਹੋਏ ਹਰੇਕ ਵਿਸ਼ੇ ਨਾਲ ਸੰਬੰਧਿਤ ਕੁਝ ਕੁ ਹੀ ਪੰਕਤੀਆਂ ਦਾ ਅਧਿਐਨ ਕੀਤਾ ਗਿਆ ਹੈ ਲੇਖਕ ਵੱਲੋਂ। ਪਹਿਲਾ ਜਿਹੜਾ ਹੈ ਵਿਸ਼ਾ ਹੈ ਉਹ ਹੈ ਸੱਚ ਦਾ ਸੰਕਲਪ। ਮਾਰੂ ਸੋਹਲਿਆਂ ਦੇ ਆਰੰਭ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚ ਦੇ ਸੰਕਲਪ ਬਾਰੇ ਭਰਪੂਰ ਚਰਚਾ ਕੀਤੀ ਹੈ। ਗੁਰੂ ਜੀ ਅਨੁਸਾਰ ਸਦਾ ਸਥਿਰ ਰਹਿਣ ਵਾਲਾ ਪਰਮਾਤਮਾ ਆਪ ਹੈ, ਉਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਉਸ ਸੱਚ ਨੇ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਤੇ ਆਪ ਹੀ ਉਸ ਦਾ ਉਹ ਨਾਸ ਕਰਦਾ ਹੈ। ਸਤਿਗੁਰੂ ਜੀ ਦੀ ਬਾਣੀ 1020 ਅੰਗ ਤੇ ਫਰਮਾਉਂਦੀ ਹੈ, ਸਾਚਾ ਸੱਚ ਸੋਈ ਅਵਰ ਨਾ ਕੋਈ, ਸਾਚਾ ਸੱਚ ਸੋਈ ਅਵਰ ਨਾ ਕੋਈ, ਜਿਨ ਸਿਰਜੀ ਤਿਨ ਹੀ ਫੁਨ ਗੋਈ। ਤੇ ਅੱਗੇ ਇਸ ਪੂਰੇ ਸੋਹਲੇ ਦੇ ਵਿੱਚ ਗੁਰੂ ਸਾਹਿਬ ਨੇ ਬ੍ਰਹਿਮੰਡ ਦੇ ਸਮੁੱਚੇ ਪਸਾਰੇ ਨੂੰ ਉਸ ਸਾਚੇ ਪਰਮਾਤਮਾ ਦੇ ਸਰਗੁਣ ਸਰੂਪ ਦੇ ਵਿੱਚ ਚਿਤਰਿਆ ਹੈ। ਪੂਰਾ ਦ੍ਰਿਸ਼ਟਮਾਨ ਜਗਤ ਤੇ ਸਗਲੇ ਜੀ ਜੰਤ, ਪਾਉਣ ਪਾਣੀ, ਅਗਨੀ, ਸੂਰਜ, ਚੰਦ, ਪੁਰਖ, ਨਾਰੀ, ਭਵਰ, ਫੁੱਲ, ਫਲ, ਦਰਖਤ, ਜਲ, ਥਲ, ਸਾਗਰ, ਮੱਛ, ਕਸ਼, ਦਿਨ ਰਾਤ ਉਹ ਆਪ ਹੀ ਹੈ, ਸਤਿਗੁਰੂ ਜੀ ਫਰਮਾਉਂਦੇ ਨੇ। ਤੇ ਕੁਝ ਕੁ ਪੰਕਤੀਆਂ ਸਾਡੇ ਸਨਮੁਖ ਕਰਦਾ ਹੈ ਜਿਹੜਾ ਹੈ ਇਹ ਲੇਖਕ। ਆਪੇ ਪਾਉਣ ਪਾਣੀ ਬੈਸੰਤਰ, ਅੱਗੇ ਜਾ ਕੇ ਆਪੇ ਸਸ ਸੂਰਾ ਪੂਰੋ ਪੂਰਾ, ਆਪੇ ਪੁਰਖ ਆਪੇ ਹੀ ਨਾਰੀ, ਆਪੇ ਭਵਰ ਫੁੱਲ ਫਲ ਤਰਵਰ, ਆਪੇ ਜਲ ਥਲ ਸਾਗਰ ਸਰਵਰ, ਆਪੇ ਮਛ ਕਸ਼ ਕਰਨੀ ਕਰ, ਤੇਰਾ ਰੂਪ ਨਾ ਲਖਣਾ ਜਾਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 1020 ਅੰਗ। ਜੋ ਪ੍ਰਾਣੀ ਉਸ ਸਾਚੇ ਦੇ ਨਾਲ ਲਿਵ ਜੋੜਦਾ ਹੈ, ਉਸ ਦਾ ਮੌਤ ਦਾ ਭੈ ਖਤਮ ਹੋ ਜਾਂਦਾ ਹੈ। ਇਸੇ ਹੀ ਅੰਗ ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਕਾਲ ਜਾਲ ਜਮ ਜੋਹ ਨਾ ਸਾਕੈ, ਸਾਚੇ ਸਿਉ ਲਿਵ ਲਾਈ ਹੈ। ਜਗਤ ਦਾ ਰਚਨਹਾਰ ਪਰਮਾਤਮਾ ਆਪ ਹੀ ਸਭ ਜੀਵਾਂ ਦੇ ਵਿੱਚ ਬੋਲ ਰਿਹਾ ਹੈ, ਆਪ ਹੀ ਉਹ ਸੁਣ ਰਿਹਾ ਹੈ, ਕਿਉਂਕਿ ਸਾਰੇ ਜੀਵਾਂ ਦੇ ਵਿੱਚ ਉਸੇ ਦੀ ਹੀ ਜੋਤ ਮੌਜੂਦ ਹੈ। ਸਰਵ ਜੀਆਂ ਜਗ ਜੋਤ ਤੁਮਾਰੀ, ਜੈਸੀ ਪ੍ਰਭ ਫਰਮਾਈ ਹੈ। 1021 ਅੰਗ। ਪੁਰਾਤਨ ਭਾਰਤੀ ਪਰੰਪਰਾ ਦੇ ਵਿੱਚ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ, ਵਿਸ਼ਨੂੰ ਨੂੰ ਪਾਲਣ ਵਾਲਾ ਤੇ ਸ਼ਿਵ ਜੀ ਨੂੰ ਸੰਘਾਰ ਕਰਨ ਵਾਲਾ ਮੰਨਿਆ ਗਿਆ ਸੀ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਉਸ ਸਮਸਤ
ਕਾਇਨਾਤ ਦੇ ਮਾਲਕ ਪ੍ਰਮਾਤਮਾ ਦੇ ਦਰ ਤੇ ਇਹ ਤਿੰਨੇ ਦੇਵਤੇ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਬ੍ਰਹਮਾ ਬਿਸ਼ਨ ਮਹੇਸ਼ ਦੁਆਰੇ, ਉਭੈ ਸੇਵਹਿ ਅਲਖ ਅਪਾਰੈ। ਇਹ ਪ੍ਰਮਾਤਮਾ ਤ੍ਰੈ ਕਾਲ ਸਚਾਈ ਹੈ ਤੇ ਇਸ ਦੀ ਸੱਤਾਂ ਯੁਗਾਂ ਤੱਕ ਵੀ ਕਾਇਮ ਰਹਿੰਦੀ ਹੈ। ਇਸ ਦੀ ਸਤਾ ਭਾਵ ਕਿ ਇਸ ਦਾ ਰਾਜ ਯੁਗਾਂ ਤੱਕ ਵੀ ਕਾਇਮ ਰਹਿੰਦੀ ਹੈ। ਯੁਗ ਯੁਗ ਸਾਚਾ ਹੈ ਪੀ ਹੋਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 1022। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਨੁਸਾਰ ਉਹ ਪਰਮ ਸੱਚ ਹਸਤੀ ਅਲੱਖ ਹੈ, ਉਸ ਨੂੰ ਲਖਿਆ ਨਹੀਂ ਜਾ ਸਕਦਾ। ਇਸੇ ਲਈ ਉਸ ਪਰਮ ਹਕੀਕਤ ਕਰਤਾਰੀ ਸ਼ਕਤੀ ਸੱਚ ਦਾ ਅੱਜ ਤੱਕ ਕਿਸੇ ਨੇ ਭੇਤ ਨਹੀਂ ਪਾਇਆ। 1021 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਗੁਰੂ ਜੀ ਲਿਖਦੇ ਨੇ, ਵੇਦ ਕਤੇਬੀ ਭੇਦ ਨ ਜਾਤਾ, ਨਾ ਤਿਸ ਮਾਤ ਪਿਤਾ ਸੁਤ ਭਰਾਤਾ, ਸਗਲੇ ਸੈਲ ਅਪਾਏ ਸਮਾਏ, ਅਲਖ ਨ ਲਖਣਾ ਜਾਈ ਹੈ। ਗੁਰੂ ਜੀ ਅਨੁਸਾਰ ਉਸ ਕਰਤਾਰੀ ਸ਼ਕਤੀ ਪਰਮ ਸੱਤ ਤੋਂ ਉੱਪਰ ਹੋਰ ਕੁਝ ਵੀ ਨਹੀਂ। ਸਾਰੇ ਦ੍ਰਿਸ਼ਟਮਾਨ ਹੋਣ ਦਾ ਕਾਰਨ ਉਹ ਪਰਮ ਸੱਤ ਆਪ ਹੀ ਹੈ। ਆਪ ਉਪਾਇਆ ਜਗਤ ਸਵਾਇਆ, ਜਿਨ ਸਿਰਿਆ ਤਿਨ ਧੰਧੈ ਲਾਇਆ, ਸੱਚੈ ਉਪਰ ਅਵਰ ਨ ਦੀਸੈ, ਸਾਚੇ ਕੀਮਤ ਪਾਈ ਹੈ। 1023 ਅੰਗ ਤੇ ਸਤਿਗੁਰੂ ਜੀ ਫਰਮਾ ਰਹੇ ਨੇ। ਤੇ ਅਗਲਾ ਜਿਹੜਾ ਸਬਜੈਕਟ ਹੈ, ਵਿਸ਼ਾ ਹੈ, ਬਹੁਤ ਹੀ ਸੰਖੇਪ ਦੇ ਵਿੱਚ ਜਿਹੜਾ ਲੇਖਕ ਸਾਨੂੰ ਦਰਸਾ ਰਿਹਾ ਹੈ, ਉਹ ਹੈ ਸੁਨ ਅਵਸਥਾ, ਸ੍ਰਿਸ਼ਟੀ ਰਚਨ ਤੋਂ ਪਹਿਲਾਂ ਦੀ ਦਸ਼ਾ। ਇਸ ਬ੍ਰਹਮੰਡੀ ਪਸਾਰੇ ਤੋਂ ਪਹਿਲਾਂ ਕੀ ਅਵਸਥਾ ਸੀ, ਕੀ ਹਾਲਾਤ ਸਨ, ਉਹ ਪਰਮ ਸੱਤ ਕਿਸ ਅਵਸਥਾ ਦੇ ਵਿੱਚ ਸੀ। ਮਾਰੂ ਸੋਹਲਿਆਂ ਦੇ ਵਿੱਚ ਇਸ ਦਾ ਭਰਪੂਰ ਵਰਣਨ ਮਿਲਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਪੂਰਬਲੀ ਅਵਸਥਾ ਨੂੰ ਦਰਸਾਉਣ ਲਈ ਤਾੜੀ, ਧੰਦੂਕਾਰ, ਗੁਬਾਰ, ਸੁਨ, ਗੁਪਤ ਆਦਿ ਸੰਕੇਤਕ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਗੁਰੂ ਸਾਹਿਬ ਅਨੁਸਾਰ ਇਸ ਜਗਤ ਰਚਨਾ ਤੋਂ ਪਹਿਲਾਂ ਉਹ ਸਿਰਜਣਹਾਰ ਪਰਮਾਤਮਾ ਕਈ ਯੁਗਾਂ ਤੱਕ ਸਮਾਧੀ ਜਾਂ ਤਾੜੀ ਦੇ ਵਿੱਚ ਲੀਨ ਸੀ। ਆਦਿ ਜੁਗਾਦੀ ਅਪਰ ਅਪਾਰੇ, ਆਦ ਨਿਰੰਜਨ ਖਸਮ ਹਮਾਰੇ, ਸਾਚੇ ਜੋਗ ਜੁਗਤ ਵਿਚਾਰੀ, ਸਾਚੇ ਤਾੜੀ ਲਾਈ ਹੈ, ਕੇਤੜਿਆਂ ਜੁਗ ਧੰਦੂਕਾਰੈ, ਤਾੜੀ ਲਾਈ ਸਿਰਜਣਹਾਰੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 1022। ਸ੍ਰਿਸ਼ਟੀ ਰਚਨ ਤੋਂ ਪਹਿਲਾਂ ਬੇਅੰਤ ਸਮਾਂ ਘੁੱਪ ਹਨੇਰੇ ਦੀ ਅਜਿਹੀ ਦਸ਼ਾ ਛਾਈ ਹੋਈ ਸੀ, ਜਿਸ ਬਾਰੇ ਕੁਝ ਸਮਝ ਸਕਣਾ ਜਾਂ ਕਹਿ ਸਕਣਾ ਨਾਮੁਮਕਿਨ ਹੈ। ਜਦੋਂ ਨਾ ਤਾਂ ਅਜੇ ਜਗਤ ਪ੍ਰਪੰਚ ਤੇ ਮਾਇਆ ਦੀ ਕੋਈ ਹੋਂਦ ਸੀ, ਉਸ ਸਮੇਂ ਵੀ ਪ੍ਰਭੂ ਆਪਣੇ ਆਪ ਸਮਾਧੀ ਵਿੱਚ ਨਿਰਲੇਪ ਬੈਠਾ ਹੋਇਆ ਸੀ। ਸਤਿਗੁਰੂ ਜੀ 1026 ਅੰਗ ਤੇ ਫਰਮਾਉਂਦੇ ਨੇ, ਕੇਤੇ ਯੁਗ ਵਰਤੇ ਗੁਵਾਰੈ, ਤਾੜੀ ਲਾਈ ਅਪਰ ਅਪਾਰੈ, ਧੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਹੁਣ ਇੱਕ ਸਵਾਲ ਪੈਦਾ ਹੋ ਸਕਦਾ ਹੈ ਕਿ ਜੇਕਰ ਧੰਦੂਕਾਰਾਂ ਦੀ ਅਵਸਥਾ ਵਿੱਚ ਪਰਮਾਤਮਾ ਤੋਂ ਸਿਵੇ ਹੋਰ ਕੁਝ ਵੀ ਨਹੀਂ ਸੀ, ਤਾਂ ਪਰਮਾਤਮਾ ਦੀ ਹੋਂਦ ਕਿਵੇਂ ਪ੍ਰਗਟ ਹੋਈ? ਕੀ ਇਸ ਨੂੰ ਪੈਦਾ ਕਰਨ ਵਾਲਾ ਵੀ ਕੋਈ ਸੀ? ਇਸ ਦਾ ਜਵਾਬ ਗੁਰੂ ਨਾਨਕ ਸਾਹਿਬ ਮਹਾਰਾਜ ਮਾਰੂ ਸੋਹਲੇ ਦੀ ਇਸ ਬਾਣੀ ਦੇ ਵਿੱਚ ਦਿੰਦੇ ਨੇ ਕਿ ਸ੍ਰਿਸ਼ਟੀ ਦੇ ਪੈਦਾ ਕਰਨ ਵਾਲੇ ਕਰਤਾ ਪੁਰਖ ਨੇ ਆਪਣਾ ਆਪ ਪੈਦਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 1025 ਅੰਗ ਤੇ ਆਪ ਜੀ ਫਰਮਾਉਂਦੇ ਨੇ, ਆਪੇ ਕਰਤਾ ਪੁਰਖ ਵਿਧਾਤਾ, ਜਿਨ ਆਪੇ ਆਪ ਉਪਾਏ ਪਛਾਤਾ। ਬੇਅੰਤ ਸਮੇਂ ਤੱਕ ਵਰਤੀ ਰਹੀ ਧੰਦੂਕਾਰ ਦੀ ਅਵਸਥਾ ਦੇ ਵਿੱਚ ਉਸ ਪਾਰ ਬ੍ਰਹਮ ਤੋਂ ਸਿਵਾ ਹੋਰ ਕੁਝ ਵੀ ਨਹੀਂ ਸੀ। ਧਰਤੀ, ਆਕਾਸ਼, ਦਿਨ ਰਾਤ, ਚੰਦ, ਸੂਰਜ, ਖਾਣੀ ਬਾਣੀ, ਬ੍ਰਹਮਾ ਬਿਸ਼ਨ ਮਹੇਸ਼, ਯੋਗੀ, ਜੰਗਲ, ਜਪ ਤਪ, ਬ੍ਰਤ ਪੂਜਾ ਆਦਿ ਕੁਝ ਵੀ ਨਹੀਂ ਸੀ। 15ਵੇਂ ਸੋਹਲੇ ਦੇ ਵਿੱਚ ਇਸ ਦੀ ਬਹੁਤ ਲੰਮੀ ਗਿਣਤੀ ਦਿੱਤੀ ਗਈ ਹੈ। ਸਤਿਗੁਰੂ ਜੀ 1035 ਅੰਗ ਤੇ ਫਰਮਾਉਂਦੇ ਨੇ, ਅਰਵਦ ਨਰਵਦ ਧੰਦੂਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਨ ਚੰਦ ਨ ਸੂਰਜ, ਸੁਨ ਸਮਾਦ ਲਗਾਏਂਦਾ, ਖਾਣੀ ਨ ਬਾਣੀ ਪਾਉਣ ਨ ਪਾਣੀ, ਓਪਤ ਖਪਤ ਨ ਆਵਣ ਜਾਣੀ, ਖੰਡ ਪਤਾਲ ਸਪਤ ਨਹੀਂ ਸਾਗਰ, ਨਦੀ ਨ ਨੀਰ ਬਹਾਏਂਦਾ।
ਇਹ ਪਹਿਲੀ ਅਵਸਥਾ ਸੀ। ਸ੍ਰਿਸ਼ਟੀ ਦੀ ਰਚਨਾ ਅਗਲਾ ਜਿਹੜਾ ਸਬਜੈਕਟ ਹੈ, ਲੇਖਕ ਨੇ ਸਾਨੂੰ ਜਿਹਦੇ ਬਾਰੇ ਦੱਸਿਆ ਹੈ, ਇਸੇ ਬਾਣੀ ਦੇ ਵਿੱਚੋਂ ਸਾਨੂੰ ਸਤਿਗੁਰੂ ਜੀ ਨੇ ਕੀ ਸਿੱਖਿਆ ਦਿੱਤੀ ਹੈ, ਕੀ ਦਰਸਾਇਆ ਹੈ। ਇਸ ਤਰ੍ਹਾਂ ਬੇਅੰਤ ਸਮਾਂ ਨਿਰਗੁਣ ਸਰੂਪ ਪਾਰ ਬ੍ਰਹਮ ਸੁਨ ਸਮਾਧੀ ਦੇ ਵਿੱਚ ਲੀਨ ਰਿਹਾ। ਫਿਰ ਜਦੋਂ ਉਸ ਦੇ ਅੰਦਰ ਸਰਗੁਣ ਪਸਾਰੇ ਦਾ ਫੁਰਨਾ ਫੁਰਿਆ, ਉਸ ਨੇ ਸਰਗੁਣ ਪਸਾਰਨਾ ਉਸ ਨੂੰ ਚੰਗਾ ਲੱਗਾ, ਉਸ ਨੇ ਇਸ ਜਗਤ ਦੀ ਰਚਨਾ ਕਰ ਦਿੱਤੀ। ਜਾਂ ਤਿਸ ਭਾਣਾ ਤਾਂ ਜਗਤ ਉਪਾਇਆ, ਸਤਿਗੁਰੂ ਜੀ 1036 ਅੰਕ ਤੇ ਫਰਮਾਉਂਦੇ ਨੇ। ਇਹ ਜਗਤ ਪਸਾਰਾ ਉਸ ਪ੍ਰਮਾਤਮਾ ਨੇ ਬਾਹਰੋਂ ਕੋਈ ਪਦਾਰਥ ਲੈ ਕੇ ਨਹੀਂ ਪਸਾਰਿਆ, ਉਸ ਨੇ ਸਿਰਫ ਆਪਣਾ ਰੂਪ ਹੀ ਬਟਾਇਆ ਹੈ। ਇਹ ਜਗਤ ਪਸਾਰਾ ਉਸ ਸੂਖਮ ਏਕੰਕਾਰ ਨਿਰੰਕਾਰ ਨਿਰਗੁਣ ਪਾਰ ਬ੍ਰਹਮ ਦਾ ਸਥੂਲ ਰੂਪ ਹੈ, ਸਰਗੁਣ ਰੂਪ ਹੈ। ਸੁਨ ਸਮਾਧੀ ਦੀ ਅਵਸਥਾ ਦੇ ਵਿੱਚ ਉਹ ਗੁਪਤ ਰੂਪ ਦੇ ਵਿੱਚ ਸੀ। ਸਰਗੁਣ ਪਸਾਰਾ ਪਸਾਰ ਕੇ ਉਸਨੇ ਆਪਣਾ ਆਪਾ ਪ੍ਰਗਟ ਕੀਤਾ ਹੈ। 1036 ਅੰਗ ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਖੰਡ ਬ੍ਰਹਮੰਡ ਪਾਤਾਲ ਆਰੰਭ ਹੈ, ਗੁਪਤੋਂ ਪ੍ਰਗਟੀ ਆਏਂਦਾ। ਇਸ ਜਗਤ ਬ੍ਰਹਮੰਡ ਨੂੰ ਪਰਮਾਤਮਾ ਦਾ ਪ੍ਰਤੀਬਿੰਬ ਮੰਨਿਆ ਹੈ। ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ। 1038 ਅੰਗ ਤੇ ਸਤਿਗੁਰੂ ਜੀ ਫਰਮਾਉਂਦੇ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਰਗੁਣ ਪਸਾਰੇ ਦ੍ਰਿਸ਼ਟੀ ਰਚਨਾ ਦਾ ਮੂਲ ਸੁਨ ਕਲਾ ਨੂੰ ਮੰਨਿਆ ਹੈ। ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ। ਆਪੇ ਕੁਦਰਤ ਕਰ ਕਰ ਦੇਖੈ, ਸੁਨਹੁ ਸੁਨ ਅਪਾਏਂਦਾ। 1037 ਅੰਗ। ਇਹਨਾਂ ਪੰਕਤੀਆਂ ਦੇ ਵਿੱਚ ਪਹਿਲਾ ਸੁਨ ਹੈ ਜੋ ਆਉਂਦਾ ਹੈ ਪਹਿਲੀ ਪੰਕਤੀ ਦੇ ਵਿੱਚ, ਉਹ ਸੁਨ ਕਲਾ ਹੈ। ਉਹ ਏਕ ਓੰਕਾਰ ਨਿਰੰਕਾਰ ਨਿਰਗੁਣ ਪਾਰ ਬ੍ਰਹਮ ਦਾ ਲਖਾਇਕ ਹੈ। ਇਹ ਸੁਨ ਇੱਕ ਓੰਕਾਰ ਦਾ ਏਕਾ ਹੈ ਜੋ ਆਦ ਸੱਚ ਜੁਗਾਦ ਸੱਚ ਹੈ। ਉੱਪਰ ਏਕੰਕਾਰ ਨਿਰਾਲਮ ਸੁਨ ਸਮਾਦ ਲਗਾਇਆ। ਦੂਸਰਾ ਸੁਨ ਸਾਕਾਰ ਹੈ, ਸਰਗੁਣ ਤੇ ਪੂਰਨ ਬ੍ਰਹਮ ਹੈ। ਇਹ ਇੱਕ ਓੰਕਾਰ ਦਾ ਓੰਕਾਰ ਜਿਹੜਾ ਹੈ ਉਹ ਹੈ ਜਿਸ ਨੂੰ ਸਿੱਧ ਗੋਸ਼ਟ ਦੇ ਵਿੱਚ ਸਰਗੁਣ ਪਸਾਰੇ ਦਾ ਮਾਧਿਅਮ ਮੰਨਿਆ ਗਿਆ ਹੈ। ਤੇ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਫਰਮਾਇਆ ਹੈ, ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮੈ। ਪਰ ਇੱਥੇ ਮਾਰੂ ਸੋਹਲਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਮਸਤ ਕਾਇਨਾਤ ਦੀ ਉਤਪਤੀ ਦਾ ਆਧਾਰ ਸੁਨ ਨੂੰ ਮੰਨਿਆ ਹੈ। ਸੁਨੋ ਬ੍ਰਹਮਾ ਬਿਸਨ ਮਹੇਸ਼ ਅਪਾਏ, ਸੁਨੇ ਵਰਤੇ ਜੁਗ ਸਬਾਏ। ਸੁਨੋ ਚੰਦ ਸੂਰਜ ਗੈਣਾ ਹਰੇ, ਤਿਸ ਕੀ ਜੋਤ ਤ੍ਰਿਭਵਨ ਸਾਰੇ। ਸੁਨੋ ਧਰਤ ਆਕਾਸ ਅਪਾਏ, ਬਿਨ ਥੰਮਾ ਰਾਖੇ ਸਚ ਕਲ ਪਾਏ। ਸੁਨਹੁ ਸਪਤ ਪਾਤਾਲ ਉਪਾਏ, ਸੁਨੋ ਭਵਨ ਰਖੇ ਲਿਵ ਲਾਏ। ਸੁਨੋ ਉਪਜੇ 10 ਅਵਤਾਰਾ, ਸ੍ਰੇਸ਼ਟ ਅਪਾਏ ਕੀਆ ਪਾਸਾਰਾ। ਪੰਜ ਤਤ ਸੁਨੋ ਪ੍ਰਗਾਸਾ। 1037 ਅੰਗ ਤੇ ਸਤਿਗੁਰੂ ਜੀ ਫਰਮਾਉਂਦੇ ਨੇ। ਤੇ ਅੱਗੇ ਜਾ ਕੇ ਜਿਹੜਾ ਹੈ ਅਗਲਾ ਸਬਜੈਕਟ ਹੈ ਉਹ ਹੈ ਜੀਵ ਬਾਰੇ। ਉਸ ਅਕਾਲ ਪੁਰਖ ਨੇ ਜਗਤ ਰਚਨਾ ਰਚ ਕੇ ਇਸ ਵਿੱਚ ਬੇਅੰਤ ਪ੍ਰਕਾਰ ਦੇ ਜੀਵ ਪੈਦਾ ਕੀਤੇ ਜੋ ਉਸ ਦੇ ਹੁਕਮ ਦੇ ਵਿੱਚ ਵਿਚਰ ਰਹੇ ਨੇ। 184 ਜੀ ਉਪਾਏ, ਭਾਣੇ ਸਾਹ ਲਵਾਏ ਦਾ। 1034 ਅੰਗ। ਪ੍ਰਭੂ ਨੇ ਜੀਵ ਸਿਰਜਣਾ ਤੋਂ ਪਹਿਲਾਂ 5 ਤੱਤ ਪੈਦਾ ਕੀਤੇ, ਫਿਰ ਇਹਨਾਂ 5 ਤੱਤਾਂ ਦੇ ਸੰਯੋਗ ਤੋਂ ਨਿਰੋਲ ਆਪਣੇ ਆਪੇ ਤੋਂ ਦੇਹਾਂ ਦਾ ਨਿਰਮਾਣ ਕੀਤਾ। ਪੰਜ ਤੱਤ ਸੁਨਹੁ ਪ੍ਰਗਾਸਾ ਸਤਿਗੁਰੂ ਜੀ ਫਰਮਾ ਰਹੇ ਨੇ। ਦੇਹ ਸੰਯੋਗੀ ਕਰਮ ਅਭਿਆਸਾ। 1037 ਅੰਗ ਤੇ ਉਹ ਆਪੇ ਹੀ ਜੀਵਾਂ ਨੂੰ ਪੈਦਾ ਕਰਕੇ ਰਿਜ਼ਕ ਦਿੰਦਾ ਹੈ ਤੇ ਆਪੇ ਆਪਣੇ ਹੁਕਮ ਦੇ ਨਾਲ ਉਹਨਾਂ ਸਭ ਨੂੰ ਚਲਾਉਂਦਾ ਹੈ। 1042 ਅੰਗ ਤੇ ਸਤਿਗੁਰੂ ਜੀ ਫਰਮਾ ਰਹੇ ਨੇ, ਜੀ ਅਪਾਏ ਰਿਜ਼ਕ ਦੇ ਆਪੇ, ਸਿਰ ਹੁਕਮ ਚਲਾਇਆ। ਸਭ ਜੀਵਾਂ ਦੇ ਅੰਦਰ ਉਸ ਦੀ ਸਿਖਾਈ ਹੋਈ ਜੀਵਨ ਜਾਤ ਗੁਪਤ ਵਰਤ ਰਹੀ ਹੈ ਤੇ ਜਿਸ ਦੇ ਆਸਰੇ ਸਭ ਜੀ ਰਹੇ ਨੇ। ਜੀਆਂ ਅੰਦਰ ਜੁਗਤ ਸਮਾਈ, ਰਹਿਓ ਨਿਰਾਲਮ ਰਾਇਆ। ਸਤਿਗੁਰੂ ਜੀ ਫਰਮਾਉਂਦੇ ਨੇ 1038 ਅੰਗ ਤੇ। ਫਿਰ ਮਨੁੱਖਾ ਸਰੀਰ ਦੇ ਬਾਰੇ ਸਤਿਗੁਰੂ ਜੀ ਗਿਆਨ ਦਿੰਦੇ ਨੇ। ਮਾਤਾ ਦੀ ਰਕਤ ਤੇ ਪਿਤਾ ਦਾ ਬਿੰਦ ਬੀਰਜ ਤੋਂ ਪਰਮਾਤਮਾ ਨੇ ਮਨੁੱਖਾ ਸਰੀਰ ਦੀ ਘਾਟ ਘੜ ਕੇ ਆਪਣੀ ਜੋਤ ਇਸ ਸਰੀਰ ਦੇ ਵਿੱਚ ਟਿਕਾਈ।
ਮਾਂ ਕੀ ਰਕਤ ਪਿਤਾ ਬਿਨ ਧਾਰਾ, ਮੂਰਤ ਸੂਰਤ ਕਰ ਆਪਾਰਾ। ਜੋਤ ਦਾਤ ਜੇਤੀ ਸਭ ਤੇਰੀ, ਤੂੰ ਸਭਨਾ ਤੂੰ ਕਰਤਾ ਸਭ ਠਾਈ ਹੈ। ਇਸ ਤਰ੍ਹਾਂ ਲੋਕ ਆਪਣੇ ਰਹਿਣ ਦੇ ਲਈ ਜਿਸ ਤਰ੍ਹਾਂ ਲੋਕ ਆਪਣੇ ਰਹਿਣ ਲਈ ਮਹਿਲਾਂ ਤੇ ਕਿਲਿਆਂ ਦਾ ਨਿਰਮਾਣ ਕਰਦੇ ਨੇ, ਉਸੇ ਤਰ੍ਹਾਂ ਮਨੁੱਖਾ ਜੀਵਨ ਇਹ ਸਰੀਰ ਵੀ ਇੱਕ ਨਗਰ ਹੈ ਜਿਸ ਦੀ ਸਿਰਜਣਾ ਪ੍ਰਮਾਤਮਾ ਨੇ ਆਪਣੇ ਰਹਿਣ ਬਸਾਰੇ ਲਈ ਕੀਤੀ। ਸਤਿਗੁਰੂ ਜੀ 1033 ਅੰਗ ਤੇ ਫਰਮਾਉਂਦੇ ਨੇ, ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਬਾਸਾ ਪੁਰ ਗਗਨ ਅੰਦਰ। ਪਰਮਾਤਮਾ ਨੇ ਹਰੇਕ ਸਰੀਰ ਰੂਪੀ ਸ਼ਹਿਰ ਦੇ ਇਸ ਦੇ 9 ਦਰਵਾਜ਼ੇ ਰੱਖੇ, ਜਿਨ੍ਹਾਂ ਰਾਹੀਂ ਇਸ ਸਰੀਰ ਸ਼ਹਿਰ ਦਾ ਵਾਸੀ ਜੀਵ ਆਤਮਾ ਬਾਹਰੀ ਦੁਨੀਆ ਦੇ ਨਾਲ ਆਪਣਾ ਸੰਬੰਧ ਬਣਾਈ ਰੱਖਦਾ ਹੈ। ਇਸੇ ਸਰੀਰ ਸ਼ਹਿਰ ਦਾ ਇੱਕ 10ਵਾਂ ਦਰਵਾਜ਼ਾ ਵੀ ਹੈ ਜੋ ਅਕਾਲ ਪੁਰਖ ਨੇ ਗੁਪਤ ਰੱਖਿਆ ਹੋਇਆ ਹੈ। ਇਹ ਦਰਵਾਜ਼ਾ ਜੀਵ ਆਤਮਾ ਤੇ ਪਰਮਾਤਮਾ ਦੇ ਮਿਲਾਪ ਦਾ ਹੈ। ਪਰਮਾਤਮਾ ਜੀਵ ਉੱਪਰ ਕਿਰਪਾ ਕਰਕੇ ਆਪ ਹੀ ਇਸ ਦਰਵਾਜ਼ੇ ਰਾਹੀਂ ਉਸ ਨੂੰ ਆਪਣਾ ਆਪਾ ਪ੍ਰਗਟਾਉਂਦਾ ਹੈ। ਦੇਹੀ ਨਗਰੀ 9 ਦਰਵਾਜ਼ੇ, ਸਿਰ ਸਿਰ ਕਰਨੇ ਹਾਰੇ ਸਾਜੇ, 10ਵੇਂ ਪੁਰਖ ਅਤੀਤ ਨਿਰਾਲਾ, ਆਪੇ ਅਲਖ ਲਖਾਇਆ। 1039 ਅੰਗ ਤੇ ਸਤਿਗੁਰੂ ਜੀ ਐਸਾ ਫਰਮਾ ਰਹੇ ਨੇ, ਫਿਰ ਜੀਵ ਨੂੰ ਸੋਝੀ ਹੋ ਜਾਂਦੀ ਹੈ ਕਿ ਕਾਇਆ ਰੂਪੀ ਕਿਲਾ ਇਹ ਸਰੀਰ ਕੇਵਲ ਮੇਰੇ ਲਈ ਹੀ ਨਹੀਂ, ਸਗੋਂ ਇਹ ਤਾਂ ਪਰਮਾਤਮਾ ਨੇ ਆਪਣੇ ਬੈਠਣ ਲਈ ਵੀ ਤਖਤ ਬਣਾਇਆ ਹੋਇਆ ਹੈ। ਸਤਿਗੁਰੂ ਜੀ 1039 ਅੰਗ ਤੇ ਸਾਨੂੰ ਇਹ ਜਿਹੜੀ ਸਿੱਖਿਆ ਦਿੰਦੇ ਨੇ, ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ, ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ, ਸੱਚ ਸਾਚਾ ਤਖਤ ਰਚਾਇਆ। ਇਹ ਸੋਝੀ ਹੋ ਜਾਣ ਤੇ ਜੀਵ ਇਸ ਦੇਹੀ ਨੂੰ ਫਿਰ ਵਿਸ਼ੇ ਵਿਕਾਰਾਂ ਦੀ ਵਿੱਚ ਗਲਤਾਨ ਨਹੀਂ ਕਰਦਾ। ਫਿਰ ਉਹ ਵਿਸ਼ਟਾ ਰੂਪੀ ਨਸ਼ਿਆਂ ਨੂੰ ਇਸ ਪਵਿੱਤਰ ਦੇਹੀ ਦੇ ਅੰਦਰ ਜਾਣ ਤੋਂ ਰੋਕਦਾ ਹੈ, ਕਿਉਂਕਿ ਇਹ ਪਰਮਾਤਮਾ ਦਾ ਘਰ ਹੈ। ਤੇ ਅੱਗੇ ਸਰੀਰ ਦੀ ਨਾਸ਼ ਮਾਨਤਾ ਦੇ ਬਾਰੇ ਵੀ ਸਤਿਗੁਰੂ ਜੀ ਨੇ ਇਸ ਬਾਣੀ ਦੇ ਵਿੱਚ ਸਾਨੂੰ ਗਿਆਨ ਦਿੱਤਾ ਹੈ। ਜੋ ਵੀ ਪ੍ਰਾਣੀ ਇਸ ਸੰਸਾਰ ਤੇ ਆਇਆ ਹੈ ਉਸਨੇ ਅਖੀਰ ਇੱਕ ਦਿਨ ਇੱਥੋਂ ਚਲੇ ਜਾਣਾ ਹੈ, ਪਰ ਇਹ ਅਗਿਆਨੀ ਮਨੁੱਖ ਘਰ ਦੇ ਵਿੱਚ ਪ੍ਰਾਣੀ ਦੇ ਜਨਮ ਲੈਣ ਤੇ ਬੜੀਆਂ ਖੁਸ਼ੀਆਂ ਮਨਾਉਂਦਾ ਹੈ ਤੇ ਬਾਜੇ ਵਜਾਉਂਦਾ ਹੈ, ਖੁਸ਼ੀਆਂ ਦੇ ਗੀਤ ਗਾਉਂਦਾ ਹੈ, ਵਧਾਈਆਂ ਦਿੰਦਾ ਹੈ, ਲੈਂਦਾ ਹੈ। ਪਰ ਮਨੁੱਖ ਨੂੰ ਗੁਰੂ ਦੀ ਮੱਤ ਰਾਹੀਂ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਪ੍ਰਾਣੀ ਇਸ ਸੰਸਾਰ ਦੇ ਵਿੱਚ ਜਨਮ ਲੈ ਕੇ ਆਇਆ ਹੈ, ਉਹ ਆਪਣੇ ਮਰਨ ਦਾ ਮੁਹੂਰਤ ਪਹਿਲੇ ਹੀ ਲਿਖਵਾ ਕੇ ਆਇਆ ਹੈ। ਸਤਿਗੁਰੂ ਜੀ ਦੀ ਬਾਣੀ 1032 ਅੰਗ ਤੇ ਇਸ ਤਰ੍ਹਾਂ ਫਰਮਾਉਂਦੀ ਹੈ, ਜਨਮੇ ਕੋ ਬਾਜਹਿ ਬਾਧਾਏ, ਸੋਹ ਲੜੇ ਅਗਿਆਨੀ ਗਾਏ। ਜੋ ਜਨਮੈ ਤੇ ਸਰ ਪਰ ਮਰਣਾ, ਕਿਰਤ ਪਿਆ ਸਿਰ ਸਾਹਾ ਹੈ। ਬਾਣੀ ਦੇ ਵਿੱਚ ਬੜਾ ਸਾਫ਼ ਸਤਿਗੁਰੂ ਜੀ ਫਰਮਾਉਂਦੇ ਨੇ, ਜੀਵ ਨੂੰ ਇਸ ਸੰਸਾਰ ਦੇ ਵਿੱਚ ਸਰੀਰਕ ਜਾਮਾਂ ਦੇ ਕੇ ਭੇਜਣਾ ਤੇ ਵਾਪਸ ਬੁਲਾਉਣਾ ਉਸ ਪਰਮਾਤਮਾ ਅਕਾਲ ਪੁਰਖ ਦੀ ਰਜ਼ਾ ਹੈ। ਉਹ ਚਾਹੇ ਤਾਂ ਕਿਸੇ ਨੂੰ ਬਾਲ ਅਵਸਥਾ ਵਿੱਚ ਵੀ ਬੁਲਾ ਸਕਦਾ ਹੈ, ਚਾਹੇ ਭਰ ਜਵਾਨੀ ਵਿੱਚ ਬੁਲਾ ਲਵੇ। ਪਿੱਛੋਂ ਮੇਰਾ ਮੇਰਾ ਕਰਕੇ ਰੋਣਾ ਪਰਮਾਤਮਾ ਦੀ ਰਜ਼ਾ ਤੋਂ ਮੁਨਕਰ ਹੋਣਾ ਹੈ। ਸਤਿਗੁਰੂ ਜੀ 1027 ਅੰਗ ਤੇ ਫਰਮਾਉਂਦੇ ਨੇ, ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ। ਜਾ ਕਾ ਸਾ ਸੋ ਤਿਨ ਹੀ ਲੀਆ, ਭੂਲਾ ਰੋਵਣ ਹਾਰਾ ਹੈ। ਭਰ ਜੋਬਨ ਮਰ ਜਾਹੇ ਕੇ ਕੀਜੈ, ਮੇਰਾ ਮੇਰਾ ਕਰ ਰੋ ਬੀਜੈ। ਨਾਮ ਸਿਮਰਨ ਬਾਰੇ ਸਤਿਗੁਰੂ ਜੀ ਦਾ ਇਸ ਬਾਣੀ ਦੇ ਵਿੱਚ ਸਾਨੂੰ ਜਿਹੜਾ ਹੈ ਉਪਦੇਸ਼ ਹੈ। ਮਾਤਾ ਦੇ ਗਰਭ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜੀਵ ਸਵਾਸ ਪਰਮਾਤਮਾ ਦਾ ਨਾਮ ਸਿਮਰਦਾ ਹੈ। ਇਸ ਸੰਸਾਰ ਦੇ ਵਿੱਚ ਆ ਕੇ ਮਾਇਆ ਦੇ ਪ੍ਰਭਾਵ ਅਧੀਨ ਇਹ ਜੀਵ ਪ੍ਰਭੂ ਦਾ ਨਾਮ ਵਿਸਾਰ ਬੈਠਦਾ ਹੈ। ਨਤੀਜਾ ਇਹ ਨਿਕਲਦਾ ਹੈ ਕਿ ਪ੍ਰਭੂ ਦੇ ਨਾਮ ਨੂੰ ਵਿਸਾਰ ਕੇ ਮਨੁੱਖ ਜਨਮ ਦੀ ਬਾਜੀ ਹਾਰ ਜਾਂਦਾ ਹੈ। 1026 ਅੰਗ ਤੇ ਸਤਿਗੁਰੂ ਜੀ ਇਸ ਬਾਰੇ ਫਰਮਾਉਂਦੇ ਨੇ ਇਸ ਤਰ੍ਹਾਂ, ਗਰਭ ਕੁੰਡਲ ਮੈਂ ਉਰਦ ਧਿਆਨੀ, ਆਪੇ ਜਾਣੇ ਅੰਤਰਜਾਮੀ। ਸਾਸ ਸਾਚ ਸਚ ਨਾਮ ਸਮਾਲੇ, ਅੰਤਰ ਉਦਰ ਮਝਾਰਾ ਹੈ। ਅੱਗੇ ਫਰਮਾਉਂਦੇ ਨੇ, ਚਾਰ ਪਦਾਰਥ ਲੈ ਜਗ ਆਇਆ, ਸਿਵ ਸ਼ਕਤੀ ਘਰ ਵਾਸਾ ਪਾਇਆ। ਏਕ ਵਿਸਾਰੇ ਤਾਂ ਪਿੜ ਹਾਰੇ, ਅੰਧਲੇ ਨਾਮ ਵਿਸਾਰਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨਾਮ ਸਿਮਰਨ ਤੋਂ ਸਖਣਾ ਮਨੁੱਖ ਦੱਸਦੇ ਨੇ ਕਿ ਸਖਣਾ ਮਨੁੱਖ ਜਨਮ ਮਰਨ ਦੇ ਗੇੜ ਦੇ ਵਿੱਚ ਪੈ ਕੇ ਕਈ ਪ੍ਰਕਾਰ ਦੀਆਂ ਗਰਭ ਜੋਨੀਆਂ ਭੋਗਦਾ ਹੈ। ਬਿਨ ਸਿਮਰਨ ਆਵਹਿ ਫੁਨ ਜਾਵਹਿ, ਗਰਭ ਜੋਨੀ ਨਰਕ ਮਝਾਰਾ ਹੈ।
ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਬਦਨਾਮੀ ਦਾ ਟਿੱਕਾ ਮੱਥੇ ਉੱਤੇ ਲਾ ਕੇ ਇੱਥੋਂ ਫਿਰ ਚੱਲ ਪੈਂਦਾ ਹੈ। ਪਰਮਾਤਮਾ ਦੇ ਦਰ ਤੇ ਨਾਮ ਤੋਂ ਸਖਣੇ ਝੂਠੇ ਲੋਕ ਪ੍ਰਵਾਨ ਨਹੀਂ ਹੁੰਦੇ ਤੇ ਉੱਥੇ ਇਹ ਫਿਰ ਜੀਵ ਖੁਆਰ ਹੁੰਦਾ ਹੈ। 1027 ਅੰਗ ਤੇ ਸਤਿਗੁਰੂ ਜੀ ਇਸੇ ਬਾਣੀ 'ਚ ਫਿਰ ਫਰਮਾਉਂਦੇ ਨੇ, ਨਾਮ ਵਿਸਾਰ ਚੱਲੇ ਮੂੰਹ ਕਾਲੇ ਦਰਗਹਿ ਝੂਠ ਖੁਆਰਾ ਹੈ। ਗੁਰੂ ਦੀ ਸਿੱਖਿਆ ਦੇ ਸੰਬੰਧੀ ਸਤਿਗੁਰੂ ਜੀ ਦਾ ਉਪਦੇਸ਼ ਇਸ ਤਰ੍ਹਾਂ ਹੈ। ਗੁਰੂ ਨਾਨਕ ਦੇਵ ਜੀ ਅਨੁਸਾਰ ਸਹੀ ਜੀਵਨ ਜਾਂਚ ਲਈ ਗੁਰੂ ਦੀ ਸਿੱਖਿਆ ਉੱਤੇ ਚੱਲਣਾ ਬਹੁਤ ਜ਼ਰੂਰੀ ਹੈ। ਗੁਰੂ ਹੀ ਜੀਵਨ ਦੀ ਸਹੀ ਮਾਰਗ ਤੋਂ ਭੁੱਲੇ ਹੋਏ ਨੂੰ ਗੁਰਮਤਿ ਜੀਵਨ ਦੀ ਜਾਂਚ ਦੱਸ ਕੇ ਸਹੀ ਮਾਰਗ ਤੇ ਤੋਰ ਸਕਦਾ ਹੈ ਤੇ ਤੋਰਦਾ ਹੈ। ਖੁਰਾਹੇ ਜਾਂਦਿਆਂ ਨੂੰ ਸਹੀ ਰਾਹੇ ਪਾਉਂਦਾ ਹੈ। ਅਜਿਹੇ ਦੁੱਖ ਭੰਜਨ ਪਰਉਪਕਾਰੀ ਗੁਰੂ ਦੀ ਦਿਨ ਰਾਤ ਨਿਰੰਤਰ ਆਰਾਧਨਾ ਕਰਕੇ ਉਸ ਨਾਲ ਮਿੱਤਰਤਾ ਪਾਉਣੀ ਚਾਹੀਦੀ ਹੈ। 1032 ਅੰਗ ਤੇ ਸਤਿਗੁਰੂ ਜੀ ਇਸ ਤਰ੍ਹਾਂ ਫਰਮਾ ਰਹੇ ਨੇ, ਭੂਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ, ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁੱਖ ਭੰਜਨ ਸੰਗ ਸਿਖਾਤਾ ਹੈ। ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਦੀ ਉਪਮਾ ਦੱਸਦਿਆਂ ਬਿਜਲੀ ਦਾ ਇੱਕ ਖੂਬਸੂਰਤ ਦ੍ਰਿਸ਼ਟਾਂਤ ਪੇਸ਼ ਕੀਤਾ ਹੈ। ਗੁਰੂ ਜੀ ਕਹਿੰਦੇ ਨੇ, ਜਿਵੇਂ ਰਾਤ ਵੇਲੇ ਬਿਜਲੀ ਦੀ ਚਮਕ ਦੇ ਨਾਲ ਮਨੁੱਖ ਹਨੇਰੇ ਦੇ ਵਿੱਚ ਚਾਨਣ ਨੂੰ ਦੇਖ ਲੈਂਦਾ ਹੈ, ਇਸੇ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਪੈ ਕੇ ਸਿਮਰਨ ਦੀ ਬਰਕਤ ਦੇ ਨਾਲ ਜਦ ਇਸ ਜੀਵ ਦਾ ਹਿਰਦਾ ਰੁਸ਼ਨਾ ਪੈਂਦਾ ਹੈ ਤਾਂ ਇਹ ਦਿਨ ਰਾਤ ਹਰ ਸਮੇਂ ਪਰਮਾਤਮਾ ਦੀ ਜੋਤ ਨੂੰ ਸਰਵ ਵਿਆਪਕ ਦੇਖ ਲੈਂਦਾ ਹੈ। ਉਹ ਆਨੰਦ ਸਰੂਪ ਤੇ ਸੁੰਦਰ ਸਰੂਪ ਪ੍ਰਭੂ ਜਿਸ ਕਿਸੇ ਨੇ ਵੀ ਦੇਖਿਆ ਹੈ, ਪੂਰੇ ਗੁਰੂ ਨੇ ਹੀ ਦਿਖਾਇਆ ਹੈ। ਸਤਿਗੁਰੂ ਜੀ 1041 ਅੰਗ ਤੇ ਇਸ ਤਰ੍ਹਾਂ ਫਰਮਾਉਂਦੇ ਨੇ, ਨਿਸ ਦਾਮਨ ਜਿਉ ਚਮਕ ਚੰਦਾਇਣ ਦੇਖੈ, ਅਹਨਸ ਜੋਤ ਨਿਰੰਤਰ ਪੇਖੈ, ਆਨੰਦ ਰੂਪ ਅਨੂਪ ਸਰੂਪਾ ਗੁਰ ਪੂਰੈ ਦੇਖਾਇਆ। ਅਜਿਹੇ ਪਰਉਪਕਾਰੀ ਗੁਰੂ ਦੀ ਮਹਿਮਾ ਕਰ ਪਾਉਣੀ ਮਨੁੱਖ ਦੇ ਬਸ ਤੋਂ ਬਾਹਰ ਦੀ ਗੱਲ ਹੈ, ਕਿਉਂਕਿ ਬ੍ਰਹਮਾ ਵਿਸ਼ਨੂੰ ਮਹੇਸ਼ ਆਦਿ ਦੇਵਤੇ ਵੀ ਉਸ ਦੀ ਮਹਿਮਾ ਦਾ ਅਥਾਹ ਨਹੀਂ ਪਾ ਸਕੇ। ਗੁਰੂ ਜਿਸ ਉੱਪਰ ਆਪ ਮਿਹਰ ਕਰੇ ਉਹੀ ਗੁਰੂ ਦੀ ਪਛਾਣ ਕਰ ਸਕਦਾ ਹੈ। ਗੁਰ ਕੀ ਭਗਤ ਕਰਹਿ ਕਿਆ ਪ੍ਰਾਣੀ, ਬ੍ਰਹਮੈ ਇੰਦਰ ਮਹੇਸ਼ ਨਾ ਜਾਣੀ, ਸਤਿਗੁਰ ਅਲਖ ਕਹੋ ਕਿਉ ਲਖੀਐ, ਜਿਸ ਬਖਸ਼ੈ ਤਿਸੈ ਪਛਾਤਾ ਹੈ। 1032 ਅੰਗ ਸਦਾਚਾਰਕ ਜੀਵਨ ਬਾਰੇ ਵੀ ਸਤਿਗੁਰੂ ਜੀ ਦਾ ਉਪਦੇਸ਼ ਇਸ ਬਾਣੀ ਦੇ ਵਿੱਚ ਮਿਲਦਾ ਹੈ ਤੇ ਸਤਿਗੁਰੂ ਜੀ ਸਦਾਚਾਰਕ ਜੀਵਨ ਉੱਤੇ ਬਹੁਤ ਜ਼ੋਰ ਦਿੰਦੇ ਨੇ। ਮਾਰੂ ਸੋਹਲਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਨੁੱਖ ਨੂੰ ਸਦਾਚਾਰਕ ਜੀਵਨ ਜਿਉਣ ਲਈ ਦੂਸਰਿਆਂ ਦੀ ਨਿੰਦਿਆ, ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਹਾਮੇ, ਮਾੜੇ ਬਚਨ ਆਦਿ ਦੀਆਂ ਬੁਰਾਈਆਂ ਨੂੰ ਤਿਆਗ ਕੇ ਕਰਨ ਦਾ ਉਪਦੇਸ਼ ਦਿੰਦੇ ਨੇ। ਨਾਮ ਸਿਮਰਨ ਦੁਆਰਾ ਸੱਚ ਦੇ ਧਾਰਨੀ ਬਣਨ ਦਾ ਉਪਦੇਸ਼ ਦਿੰਦੇ ਨੇ। ਆਪ ਜੀ ਫਰਮਾਉਂਦੇ ਨੇ, ਛੋਡੋ ਨਿੰਦਾ ਤਾਤ ਪੁਰਾਈ, ਪੜ ਪੜ ਦੱਜੈ ਸ਼ਾਂਤ ਨਾ ਆਈ, ਛੋਡੋ ਕਾਮ ਕ੍ਰੋਧ ਬੁਰਿਆਈ, ਹਉਮੈ ਧੰਦ ਛੋਡੋ ਲੰਪਟਾਈ, ਬੋਲੋ ਸੱਚ ਪਛਾਣੋ ਅੰਦਰ, ਦੂਰ ਨਾਹੀ ਦੇਖੋ ਕਰਨ ਅੰਦਰ। ਤੇ ਇਸੇ ਤਰ੍ਹਾਂ ਕਿਸ ਹੀ ਮੰਦਾ ਆਖ ਨਾ ਚੱਲੇ, ਸੱਚ ਖਰਾ ਸਚਿਆਰਾ ਹੈ। ਇਸੇ ਤਰ੍ਹਾਂ ਕਾਮ ਕ੍ਰੋਧ ਪਰ ਹਰ ਪਰ ਨਿੰਦਾ, ਲਭ ਲੋਭ ਤਜ ਹੋ ਨਚਿੰਦਾ। ਸਤਿਗੁਰੂ ਜੀ ਵੱਖਰੇ ਵੱਖਰੇ ਅੰਗਾਂ ਤੇ ਇਸ ਤਰ੍ਹਾਂ ਫਰਮਾਉਂਦੇ ਨੇ। ਕਰਮ ਕਾਂਡਾਂ ਦਾ ਵਿਰੋਧ ਸਤਿਗੁਰੂ ਜੀ ਨੇ ਕੀਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਗਮਨ ਸਮੇਂ ਤੇ ਸੱਚ ਧਰਮ ਖੰਭ ਲਾ ਕੇ ਉੱਡ ਚੁੱਕਾ ਸੀ। ਸਮਾਜ ਦੇ ਵਿੱਚ ਪਾਖੰਡ ਧਰਮ ਦਾ ਬੋਲਬਾਲਾ ਸੀ। ਇਸ ਲਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੀ ਬਾਣੀ ਅੰਦਰ ਧਰਮ ਦੇ ਨਾਂ ਤੇ ਕੀਤੇ ਗਏ ਪਖੰਡਾਂ, ਕਰਮ ਕਾਂਡਾਂ ਦਾ ਭਰਪੂਰ ਖੰਡਨ ਕੀਤਾ ਹੈ। ਗੁਰੂ ਜੀ ਕਹਿੰਦੇ ਨੇ ਕਿ ਕਈ ਲੋਕ ਧਰਮ ਕਮਾਉਣ ਲਈ ਤਿਆਗੀ ਬਣ ਕੇ ਵਸਤਰਾਂ ਦਾ ਤਿਆਗ ਕਰਕੇ ਨੰਗੇ ਘੁੰਮਦੇ ਨੇ ਤੇ ਭੁੱਖੇ ਰਹਿੰਦੇ ਨੇ। ਕਈ ਹੱਠ ਕਰਕੇ ਆਪਣੇ ਜੀਵਨ ਲੀਲਾ ਹੀ ਖਤਮ ਕਰ ਲੈਂਦੇ ਨੇ। ਕਈ ਅੰਨ ਦਾ ਤਿਆਗ ਕਰਕੇ ਤੀਰਥਾਂ ਤੇ ਭਟਕਦੇ ਨੇ, ਧੂਣੀਆਂ ਬਾਲ ਕੇ ਸਰੀਰ ਨੂੰ ਤਪਾ ਕੇ ਕਸ਼ਟ ਦਿੰਦੇ ਨੇ। ਨਾਮ ਸਿਮਰਨ ਤੋਂ ਸਖਣੇ ਅਜਿਹੇ ਅਖੌਤੀ ਤਿਆਗੀ ਮਨੁੱਖ ਆਪਣੇ ਜੀਵਨ ਦਾ ਪੰਥ ਸਫਲਾ ਨਹੀਂ ਕਰ ਪਾਉਂਦੇ, ਕਿਉਂਕਿ ਨਾਮ ਤੋਂ ਬਿਨਾਂ ਵਿਸ਼ੇ ਵਿਕਾਰਾਂ ਤੋਂ ਮੁਕਤੀ ਸੰਭਵ ਨਹੀਂ। ਸਤਿਗੁਰੂ ਜੀ ਫਰਮਾਉਂਦੇ ਨੇ 1024 ਅੰਗ ਤੇ, ਇੱਕ ਨਾਂਗੇ ਭੁੱਖੇ ਭਵੈ ਭਵਾਏ, ਇੱਕ ਹੱਠ ਕਰ ਮਰਹਿ ਨਾ ਕੀਮਤ ਪਾਏ। ਅੱਗੇ ਜਾ ਕੇ ਫਰਮਾਉਂਦੇ ਨੇ ਸ਼ਬਦ ਦੇ ਵਿੱਚ, ਇੱਕ ਤੀਰਥ ਨਹਾਵੈ ਅੰਨ ਨਾ ਖਾਵੈ, ਇੱਕ ਅਗਨ ਜਲਾਵੈ ਦੇਹ ਖਪਾਵੈ, ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਵਿਦ ਪਾਰ ਲੰਘਾਈ ਹੈ।
ਇੱਕ ਜਗ੍ਹਾ ਗੁਰੂ ਜੀ ਜੋਗੀ ਦੇ ਪਖੰਡ ਧਰਮ ਦੀ ਗੱਲ ਕਰਦੇ ਨੇ ਕਿ ਜੋਗੀ ਲੱਕੜਾਂ ਬਾਲ ਕੇ ਸੁਆਹ ਤਿਆਰ ਕਰਕੇ ਆਪਣੇ ਪਿੰਡੇ ਉੱਤੇ ਸੁਆਹ ਮਲ ਕੇ ਆਪਣੇ ਆਪ ਨੂੰ ਤਿਆਗੀ ਹੋਣ ਦਾ ਇਸ ਤਰ੍ਹਾਂ ਅਡੰਬਰ ਰਚਦਾ ਹੈ, ਪਰ ਉਸ ਦੇ ਅੰਦਰ ਕਰੋਧ ਤੇ ਹਉਮੈ ਦੀ ਪ੍ਰਚੰਡ ਅਗਨੀ ਬਲ ਰਹੀ ਹੁੰਦੀ ਹੈ। ਸਤਿਗੁਰ ਦੀ ਸ਼ਰਨ ਤੋਂ ਬਿਨਾਂ ਤਿਆਗ ਦੇ ਇਹਨਾਂ ਪਖੰਡਾਂ ਰਾਹੀਂ ਪ੍ਰਭੂ ਦਾ ਮਿਲਾਪ ਸੰਭਵ ਨਹੀਂ ਹੁੰਦਾ। ਜੋਗੀ ਦੁਆਰਾ ਪ੍ਰਭੂ ਮਿਲਾਪ ਲਈ ਕੀਤੀਆਂ ਜਾਣ ਵਾਲੀਆਂ ਸਾਰੀਆਂ ਕਿਰਿਆਵਾਂ ਜਿਵੇਂ ਤੀਰਥ, ਵਰਤ, ਭੇਸ, ਨਿਉਲੀ, ਕਰਮ, ਰੇਚਕ, ਕੁੰਭਕ, ਪੂਰਕ, ਨਾੜੀਆਂ ਰਾਹੀਂ ਸਵਾਸਾਂ ਦਾ ਹੇਰ ਫੇਰ, ਇਹ ਸਭ ਪਾਖੰਡ ਧਰਮ ਹੈ। ਆਪ ਜੀ ਫਰਮਾਉਂਦੇ ਨੇ, ਇਹਨਾਂ ਰਾਹੀਂ ਪ੍ਰਮਾਤਮਾ ਦੇ ਨਾਲ ਪ੍ਰੀਤ ਨਹੀਂ ਬਣ ਸਕਦੀ। ਪ੍ਰਮਾਤਮਾ ਦੇ ਨਾਮ ਦਾ ਮਹਾਰਸ ਗੁਰੂ ਦੇ ਸ਼ਬਦ ਰਾਹੀਂ ਚੱਖਿਆ ਜਾ ਸਕਦਾ ਹੈ। ਸਤਿਗੁਰੂ ਜੀ ਗਿਆਨ ਦਿੰਦੇ ਨੇ, ਕਰੈ ਬਭੂਤ ਲਗਾਵੈ ਭਸਮੈ, ਅੰਤਰ ਕ੍ਰੋਧ ਚੰਡਾਲ ਸੁਹਮੈ, ਪਾਖੰਡ ਕੀਨੇ ਜੋਗ ਨ ਪਾਈਐ, ਬਿਨ ਸਤਿਗੁਰ ਅਲਖ ਨ ਪਾਇਆ। ਤੀਰਥ ਵਰਤ ਨੇਮ ਕਰਹਿ ਉਦਿਆਨਾ, ਜਤ ਸਤ ਸੰਜਮ ਕਥੈ ਗਿਆਨਾ, ਰਾਮ ਨਾਮ ਬਿਨ ਕਿਉ ਸੁਖ ਪਾਈਐ, ਬਿਨ ਸਤਿਗੁਰ ਭਰਮ ਨਾ ਜਾਇਆ। ਨਿਉਲੀ ਕਰਮ ਭਯੰਗਮ ਭਾਠੀ, ਰੇਚਕ ਕੁੰਭਕ ਪੂਰਕ ਮਨ ਹਾਠੀ, ਪਾਖੰਡ ਧਰਮ ਪ੍ਰੀਤ ਨਹੀਂ ਹਰ ਸੌ, ਗੁਰ ਸ਼ਬਦ ਮਹਾਰਸ ਪਾਇਆ। 1043 ਅੰਗ। ਤੇ ਸਤਿਗੁਰੂ ਜੀ ਗੁਰਮੁਖ ਤੇ ਮਨਮੁਖ ਦੇ ਬਾਰੇ ਵੀ ਸਾਨੂੰ ਇਹਦੇ ਵਿੱਚ ਇਹਨਾਂ ਮਾਰੂ ਸੋਲਿਆਂ ਦੇ ਵਿੱਚ ਸਾਨੂੰ ਜਿਹੜਾ ਹੈ ਉਪਦੇਸ਼ ਦੱਸ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਸਮੁੱਚੀ ਗੁਰਮਤਿ ਵਿਚਾਰਧਾਰਾ ਤੇ ਮਾਰੂ ਸੋਲਿਆਂ ਦੇ ਅੰਦਰ ਪ੍ਰਮਾਤਮਾ ਦੁਆਰਾ ਸਾਜੀ ਬਹੁ ਭਾਂਤੀ ਕੁਦਰਤ ਦੀਆਂ ਦੋ ਮਾਰਗ ਦੱਸੇ ਨੇ ਸਤਿਗੁਰੂ ਜੀ ਨੇ। ਬੇਕੀ ਬੇਕੀ ਜੰਤ ਉਪਾਏ, ਦੋਏ ਪੰਦੀ ਦੋਏ ਰਾਹ ਚਲਾਏ। ਦੋ ਰਾਸਤੇ ਇਹ ਨੇ, ਗੁਰਮੁਖਤਾ ਤੇ ਮਨਮੁਖਤਾ। ਜਿਹੜੇ ਮਨੁੱਖ ਗੁਰੂ ਦੀ ਦੱਸੀ ਮੱਤ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ ਉਹਨਾਂ ਨੂੰ ਗੁਰਮੁਖ, ਅਤੇ ਦੂਸਰੇ ਉਸ ਜੋ ਕਿ ਗੁਰੂ ਦੀ ਮੱਤ ਦੇ ਉਲਟ ਆਪਣੀ ਮੱਤ ਅਨੁਸਾਰ ਚੱਲਦੇ ਨੇ ਮਨ ਦੇ ਕਹੇ ਤੇ, ਉਹਨਾਂ ਨੂੰ ਮਨਮੁਖ ਕਿਹਾ ਗਿਆ ਹੈ ਗੁਰਬਾਣੀ ਦੇ ਵਿੱਚ। ਸਮੁੱਚੀ ਗੁਰਬਾਣੀ ਅੰਦਰ ਇਹਨਾਂ ਦਾ ਭਰਪੂਰ ਵਰਣਨ ਮਿਲਦਾ ਹੈ। ਮਾਰੂ ਸੋਲਿਆਂ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਕਿ ਗੁਰਮੁਖ ਗੁਰੂ ਦੀ ਮੱਤ ਧਾਰਨ ਕਰਕੇ ਹਰ ਸਮੇਂ ਮਾਇਆ ਤੋਂ ਸੁਚੇਤ ਰਹਿੰਦਾ ਹੈ ਅਤੇ ਆਤਮਕ ਪੂੰਜੀ ਜਿਹੜੀ ਹੈ ਉਹ ਬਚੀ ਰਹਿੰਦੀ ਹੈ। ਦੂਜੇ ਪਾਸੇ ਮਨਮੁਖ ਮਾਇਆ ਦੇ ਮੋਹ ਵਿੱਚ ਗਲਤਾਨ ਹੋ ਕੇ ਆਤਮਕ ਗੁਣਾਂ ਦਾ ਸਰਮਾਇਆ ਲੁਟਾ ਬਹਿੰਦਾ ਹੈ। ਸਤਿਗੁਰੂ ਜੀ ਫਰਮਾਉਂਦੇ ਨੇ, ਗੁਰਮੁਖ ਜਾਗੇ ਰਹਿ ਦਿਨ ਰਾਤੀ, ਸਾਚੇ ਕੀ ਲਿਵ ਗੁਰਮਤਿ ਜਾਤੀ, ਮਨਮੁਖ ਸੋਏ ਰਹਿ ਸੇ ਲੂਟੇ, ਗੁਰਮੁਖ ਸਾਬਤ ਭਾਈ ਹੈ। ਮਾਫ ਕਰਨਾ, ਇੱਥੇ ਹੀ ਸਾਨੂੰ ਵਿਦਾਇਗੀ ਲੈਣੀ ਪੈਣੀ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਇੱਥੇ ਹੀ ਅਸੀਂ ਆਪ ਨੂੰ ਛੱਡ ਕੇ ਜਾ ਰਹੇ ਹਾਂ। ਤੇ ਇੱਕ ਵਾਰੀ ਫੇਰ ਆਪ ਸਭ ਨੂੰ ਸਤਿਗੁਰੂ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਹੋਣ। ਤੇ ਪ੍ਰਮਾਤਮਾ ਨੇ ਚਾਹੇ ਤੇ ਅਗਲੇ ਐਤਵਾਰ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਇਸ ਆਰਤੀ ਦੇ ਸ਼ਬਦ ਦੇ ਨਾਲ ਛੱਡ ਕੇ ਆਪ ਜੀ ਨੂੰ ਜਾ ਰਿਹਾ ਹਾਂ ਤੇ ਅਗਲੇ ਪਾਸੇ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ। ਇੱਥੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਨ ਆਨਨੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ, ਕੈਸੀ ਆਰਤੀ ਹੋਏ, ਪਵ ਖੰਡਨਾ ਤੇਰੀ ਆਰਤੀ, ਪਵ ਖੰਡਨਾ ਤੇਰੀ ਆਰਤੀ। ਅਨਹਦ ਸ਼ਬਦ ਭਜੰਤ ਫੇਰੀ, ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ, सहस मूरत नन्ना एक तोही, सहस पद बिमल नन एक पद गंध बिन, सहस तव गंध इव चलत मोही। सब में जोत जोत है सोए तिस दे, चानण सब में चानण होए, गुर साखी
प्रगट होए जो तिस भावै सो